ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਵਿੰਪੀ ਸਿੱਧੂ। ਤੁਸੀਂ ਜੁੜੇ ਹੋ ਟ੍ਰੈਂਡਸੈਟਰ ਪੰਜਾਬੀ ਦੇ ਨਾਲ। ਟ੍ਰੈਂਡਸੈਟਰ ਪੰਜਾਬੀ ਤੇ ਪਿਛਲੇ ਸਮੇਂ ਦੌਰਾਨ ਤੁਸੀਂ ਬਹੁਤ ਸ਼ਿੱਦਤ ਦੇ ਨਾਲ ਮਾਣਿਆ ਪਗਡੰਡੀਆਂ ਨੂੰ। ਬਚਿੰਤ ਕੌਰ ਉਹਨਾਂ ਦੀ ਬਹੁਤ ਹੀ ਬਿਹਤਰੀਨ ਪੁਸਤਕ ਸਵੈ ਜੀਵਨੀ ਉਹਨਾਂ ਦੀ ਪਗਡੰਡੀਆਂ, ਜਿਸ ਨੂੰ ਲੈ ਕੇ ਤੁਸੀਂ ਕਮੈਂਟ ਬਾਕਸ ਵਿੱਚ ਬਹੁਤ ਸਾਰੇ ਸਵਾਲ ਵੀ ਕੀਤੇ, ਸਾਨੂੰ ਫੋਨ ਕਾਲਸ ਵੀ ਆਏ। ਮੇਰੀ ਰੀਝ ਸੀ ਕਿ ਉਹਨਾਂ ਦੇ ਨਾਲ ਤੁਹਾਨੂੰ ਇੰਟਰਵਿਊ ਜਿਹੜਾ ਕਰਵਾਇਆ ਜਾਵੇ, ਉਹਨਾਂ ਨਾਲ ਗੱਲਾਂ ਬਾਤਾਂ ਦਾ ਇੱਕ ਪਲੇਟਫਾਰਮ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ। ਸੋ ਕੁਦਰਤੀ ਮੇਰੇ ਘਰ ਆਏ ਸਨ, ਸੋਚਿਆ ਕਿਉਂ ਨਾ ਉਹਨਾਂ ਦੇ ਨਾਲ ਮੈਂ ਸਾਂਝਾ ਕਰਾਂ ਗੱਪ-ਸ਼ਪ ਵਿਦ ਚਾਹ ਦਾ ਕੱਪ। ਸੋ ਬਚਿੰਤ ਆਂਟੀ ਦੇ ਨਾਲ ਅਸੀਂ ਬਹੁਤ ਸਾਰੀਆਂ ਗੱਲਾਂ ਕਰਾਂਗੇ, ਤੁਹਾਡੇ ਸਵਾਲਾਂ ਦੇ ਜਵਾਬ, ਕੁਝ ਮੇਰੇ ਮਨ ਦੀਆਂ ਗੱਲਾਂ ਤੇ ਕੁਝ ਲਾਈਵ ਦੀਆਂ ਗੱਲਾਂ। ਬਹੁਤ ਬਹੁਤ ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ। ਥੈਂਕ ਯੂ ਵੈਰੀ ਮਚ। ਜਦੋਂ ਤੁਸੀਂ ਪਗਡੰਡੀਆਂ ਲਿਖੀ, ਬਹੁਤ ਵੱਡੀ ਜਿਹੜੀ ਤਾਦਾਦ ਦੇ ਵਿੱਚ ਵਿਕਰੀ ਪਗਡੰਡੀਆਂ ਦੀ ਹੋਈ, ਲੋਕਾਂ ਨੇ ਹੱਥੋਂ ਹੱਥ ਖਰੀਦੀ। ਉਸ ਤੋਂ ਬਾਅਦ ਦੇ ਵਿੱਚ ਫਿਰ ਸਮੇਂ ਬਾਅਦ ਜਦੋਂ ਆਡੀਓ ਫਾਰਮ ਦੇ ਵਿੱਚ ਸੋਸ਼ਲ ਮੀਡੀਆ 'ਤੇ ਟ੍ਰੈਂਡਸੈਟਰ ਪੰਜਾਬੀ ਨੇ ਪਗਡੰਡੀਆਂ ਨੂੰ ਪਾਇਆ, ਅਤੇ ਉਸ ਗੈਪ ਤੋਂ ਬਾਅਦ ਦੇ ਵਿੱਚ ਇੱਕ ਆਡੀਓ ਵਿਜ਼ੂਅਲ ਮੀਡੀਆ ਦੇ ਰੂਪ ਦੇ ਵਿੱਚ ਪਗਡੰਡੀਆਂ ਦੀ ਜਿਹੜੀ ਨਿਊ ਜਨਰੇਸ਼ਨ 'ਤੇ ਛਾਪ ਨੂੰ ਤੁਸੀਂ ਕਿਵੇਂ ਲਿਆ? ਮੈਨੂੰ ਤਾਂ ਬਹੁਤ ਖੁਸ਼ੀ ਹੋਈ ਜਦ ਇਹ ਮੈਂ ਖੁਦ ਸੁਣਦੀ ਸੀ ਅਤੇ ਮੇਰੇ ਭੈਣ ਭਰਾਵਾਂ ਨੂੰ ਮੈਂ ਦੱਸਿਆ ਸੀ। ਫੋਰਨ 'ਚ ਬੈਠੇ ਮੇਰੇ ਦੋ ਬ੍ਰਦਰ, ਉਹਨਾਂ ਨੂੰ ਸਭ ਤੋਂ ਪਹਿਲਾਂ ਸੁਣਿਆ। ਜਦੋਂ ਮੈਨੂੰ ਫੋਨ ਕੀਤਾ ਕਿ ਭੈਣ ਜੀ ਇੰਨੇ ਲੋਕਾਂ ਨੇ ਤੁਹਾਡੀ ਇਹ ਇੰਟਰਵਿਊ ਸੁਣੀ ਹੈ, ਵੀ ਆਰ ਵੈਰੀ ਹੈਪੀ, ਕਿਉਂਕਿ ਉਹਨਾਂ ਨੇ ਵੀ ਪਗਡੰਡੀਆਂ ਪੜ੍ਹੀ ਸੀ। ਉਹ ਤਾਂ ਉੱਥੇ ਪਾਤਰ ਹੀ ਸੀ ਪਗਡੰਡੀਆਂ ਦੇ, ਇਸ ਕਰਕੇ ਦੇ ਆਰ ਵੈਰੀ ਹੈਪੀ। ਬਾਕੀ ਲੋਕਾਂ ਨੇ ਵੀ ਜਿਨ੍ਹਾਂ ਨੂੰ ਪਤਾ ਲੱਗੇ ਪਗਡੰਡੀਆਂ ਪੜ੍ਹੀ ਹੋਈ ਸੀ, ਉਹਨਾਂ ਨੇ ਫਿਰ ਵੀ ਉਹਨਾਂ ਨੇ ਦੁਬਾਰਾ ਦੇਖੀ ਅਤੇ ਇੰਜੋਏ ਕੀਤੀ। ਬਹੁਤ ਅੱਛਾ ਲੱਗਿਆ, ਤੁਹਾਡੀ ਪ੍ਰੈਜੈਂਟੇਸ਼ਨ ਬਹੁਤ ਵਧੀਆ ਸੀ। ਥੈਂਕ ਯੂ ਸੋ ਮਚ। ਐਕਚੁਅਲੀ ਪਗਡੰਡੀਆਂ ਦੇ ਵਿੱਚ ਜਿਹੜੀ ਕਹਾਣੀ ਹੈ, ਤੁਹਾਡੀ ਜ਼ਿੰਦਗੀ ਦੀ ਕਹਾਣੀ ਹੈ, ਉਹ ਬਹੁਤ ਸਟਰਗਲ ਨਾਲ ਭਰੀ ਹੋਈ ਕਹਾਣੀ ਹੈ ਜੀ। ਔਰ ਉਹ ਤੋਂ ਬਹੁਤ ਸਾਰੀਆਂ ਫੀਮੇਲਸ ਦੇ ਲਈ ਇਹ ਮੋਟੀਵੇਸ਼ਨਲ ਇੱਕ ਤਰ੍ਹਾਂ ਦੀ ਪੁਸਤਕ ਰਹੀ ਹੈ, ਆਡੀਓ ਵਿਜ਼ੂਅਲ ਪੁਸਤਕ ਰਹੀ ਹੈ। ਔਰ ਪਗਡੰਡੀਆਂ ਦੇ ਵਿੱਚ ਇੱਕ ਚੀਜ਼ ਥੋੜ੍ਹੀ ਜਿਹੀ ਮਿਸ ਕੀਤੀ ਆਡੀਅנס ਨੇ ਵੀ ਅਤੇ ਅਸੀਂ ਵੀ। ਜਦੋਂ ਉਸ ਤੋਂ ਦੀ ਸਟਰਗਲ ਵਾਲੀ ਲਾਈਫ ਚੱਲ ਰਹੀ ਹੁੰਦੀ ਹੈ, ਝੁੱਗੀਆਂ ਦੇ ਵਿੱਚ, ਦਿੱਲੀ ਦੇ ਵਿੱਚ ਤੁਸੀਂ ਇਕੱਲੇ ਸਫ਼ਰ ਕਰ ਰਹੇ ਹੋ, ਉਸ ਸਮੇਂ ਦੇ ਵਿੱਚ ਪੇਰੈਂਟਸ ਦਾ ਥੋੜ੍ਹਾ ਜਿਹਾ ਜ਼ਿਕਰ ਘੱਟ ਹੋਇਆ ਵਿੱਚ। ਮੇਰੇ ਪੇਰੈਂਟਸ ਤਾਂ ਐਕਚੁਅਲੀ ਦਿੱਲੀ ਉਹਨਾਂ ਲਈ ਨਾ ਉਸ ਵੇਲੇ ਪਟਿਆਲੇ ਤੋਂ ਦਿੱਲੀ ਇਸੇ ਤਰ੍ਹਾਂ ਸੀ ਜਿੱਦਾਂ ਅੱਜ ਅਸੀਂ ਇੰਗਲੈਂਡ ਚਲੇ ਜਾਈਏ। ਅਤੇ ਬ੍ਰਦਰ ਉਹ ਮਤਲਬ ਦਿੱਲੀ ਉਹਨਾਂ ਨੇ ਇਸੇ ਕਰਕੇ ਵਿਆਹਿਆ ਸੀ, ਕਿਸੇ ਖਾਸ ਕਰਕੇ ਕਿ ਦੂਰ ਇਹਨਾਂ ਨੂੰ ਕੋਈ ਟਰਬਲ ਨਾ ਹੋਵੇ। ਅਤੇ ਮੇਰੇ ਬ੍ਰਦਰ ਤਾਂ ਛੋਟੇ ਸੀ, ਉਹ ਮੇਰੀ ਕੋਈ ਲੁੱਕ ਆਫਟਰ ਨਹੀਂ ਕਰ ਸਕਦੇ। ਫਾਦਰ ਮੇਰੇ ਫੌਜ ਵਿੱਚ ਸੀ, ਉਹ ਸਾਲ ਬਾਅਦ ਆਉਂਦੇ ਸੀ। ਅਤੇ ਪੇਰੈਂਟਸ ਕੋਲ ਤਾਂ ਇੱਕ ਦਾਦੀ ਸੀ ਅਤੇ ਇੱਕ ਮੇਰੇ ਬੇਬੇ ਜੀ ਸੀ, ਉਹ ਮੇਰੀ ਕੀ ਹੈਲਪ ਕਰ ਸਕਦੇ ਸੀ। ਇੰਨਾ ਜ਼ਿਆਦਾ ਮਤਲਬ ਵੀ ਪਹਿਲਾਂ ਛੋਟੇ ਹੁੰਦਿਆਂ ਤੋਂ ਸਟਰਗਲ, ਫਿਰ ਛੋਟੀ ਏਜ ਦੇ ਵਿੱਚ ਵਿਆਹ ਕਰ ਦਿੱਤੇ ਜਾਣਾ, ਫਿਰ ਛੋਟੀ ਏਜ ਦੇ ਵਿੱਚ ਬੱਚਿਆਂ ਦਾ ਹੋ ਜਾਣਾ, ਫਿਰ ਜੌਬ ਦਾ ਨਾ ਹੋਣਾ, ਕਿਉਂਕਿ ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ, ਹੈ ਨਾ। ਅਤੇ ਇੰਨਾ ਮਤਲਬ ਸਰਵਾਈਵਲ ਤੁਹਾਡਾ ਟਫ ਰਿਹਾ। ਅਤੇ ਅੱਜ ਦੇ ਸਮੇਂ ਦੇ ਵਿੱਚ ਉਸ ਤੋਂ ਬਾਅਦ ਦੇ ਵਿੱਚ ਫਿਰ ਇੱਕ ਲਾਈਫ ਪਾਰਟਨਰ, ਉਹਦਾ ਇੱਕ ਸਮੇਂ 'ਤੇ ਤੁਹਾਨੂੰ ਕੋਆਪਰੇਟ ਐਜ਼ ਸੱਚ ਨਾ ਕਰਨਾ, ਇਕੱਲਿਆਂ ਦਾ ਸਟਰਗਲ। ਜੇ ਮੈਨੂੰ ਲੱਗਦਾ ਕਿ ਅੱਜ ਦੇ ਸਮੇਂ 'ਚ ਕੋਈ ਕੁੜੀ ਹੁੰਦੀ ਤਾਂ ਉਹਦੇ ਲਈ ਇੰਨਾ ਦਿੱਕਤਾਂ ਭਰੀ ਜ਼ਿੰਦਗੀ ਦੇ ਵਿੱਚੋਂ ਸਰਵਾਈਵ ਕਰਨਾ ਬਹੁਤ ਮੁਸ਼ਕਿਲ ਸੀ। ਬਚਿੰਤ ਕੌਰ ਨੂੰ ਕਿਹੜੀ ਚੀਜ਼ ਸੀ ਜਿਹੜੀ ਤੋਰੀ ਜਾ ਰਹੀ ਸੀ ਸਿਰੜ ਦੇ ਨਾਲ, ਮਤਲਬ ਕਿ ਤੋਰ ਰਹੀ ਸੀ ਕਿ ਨਹੀਂ ਮੈਂ ਲੜਨਾ ਹੈ, ਮੈਂ ਅੱਗੇ ਵਧਣਾ। ਸਟੱਡੀ ਨੂੰ ਵੀ ਕੰਟੀਨਿਊ ਰੱਖਿਆ, ਆਪਣੀ ਜੌਬ ਲਈ ਵੀ ਤੁਸੀਂ ਬੜੇ ਦ੍ਰਿੜਤਾ ਦੇ ਨਾਲ ਲੱਗੇ ਰਹੇ, ਬੱਚਿਆਂ ਨੂੰ ਵੀ ਪ੍ਰੋਪਰ ਪਾਲਦੇ ਰਹੇ, ਆਪਣੀ ਮਦਰ ਇਨ ਲਾਅ ਦੀ ਕੇਅਰ ਬਹੁਤ ਜ਼ਿਆਦਾ ਕੀਤੀ। ਕਿਹੜੀ ਚੀਜ਼ ਸੀ ਜਿਹੜੀ ਤੁਹਾਨੂੰ ਜਿਉਂਦਾ ਰੱਖ ਰਹੀ ਸੀ, ਲੜਨ ਲਈ ਪ੍ਰੇਰ ਰਹੀ ਸੀ? ਉਹਨਾਂ ਨੇ ਵੀ ਮੇਰੇ ਬੱਚਿਆਂ ਦੀ ਪਾਲਣਾ ਬਹੁਤ ਅੱਛੀ ਕੀਤੀ ਹੈ। ਉਹਨਾਂ ਨੇ ਬਹੁਤ ਕੋਆਪਰੇਟ ਕੀਤਾ, ਖਾਸ ਕਰਕੇ ਮੇਰੇ ਫਾਦਰ ਇਨ ਲਾਅ ਨੇ। ਅਤੇ ਇਸ ਕਰਕੇ ਮੈਂ ਚਲਦੀ ਰਹੀ ਉਹਨਾਂ ਦੇ ਸਾਰੇ। ਤਾਂ ਸੋਚਿਆ ਹੀ ਨਹੀਂ ਕਦੇ ਸਾਡੇ ਸਮਾਜ ਵਿੱਚ ਕਿ ਅਸੀਂ ਘਰ ਕੁੜੀਆਂ ਪੇਕੇ ਜਾ ਕੇ ਰਹਿਣ ਲੱਗ ਜਾਣ। ਇਹ ਸਾਡੇ ਸਮਾਜ ਦੀ ਰੀਤ ਨਹੀਂ ਹੈਗੀ। ਜਦੋਂ ਆ ਗਈਆਂ ਸਹੁਰੇ, ਇੱਥੇ ਵੀ ਹੈਵ ਟੂ ਐਡਜਸਟ। ਅਤੇ ਬਾਕੀ ਮੇਰੇ ਹਸਬੈਂਡ ਦਾ ਵੀ ਕੋਈ ਇਹਦੇ 'ਚ ਕਸੂਰ ਨਹੀਂ, ਅਕੋਰਡਿੰਗ ਟੂ ਹਿਜ਼ ਏਜ, ਅਤੇ ਉਹ ਆਪਣੇ ਤਰੀਕੇ ਨਾਲ ਚੱਲ ਰਹੇ ਸੀ। ਮੈਨੂੰ ਤਾਂ ਨਹੀਂ ਲੱਗਦਾ ਕਿ ਉਹਨਾਂ ਦੀ ਕੋਈ ਗਲਤੀ ਹੈ। ਓਲਡ ਕਾਫੀ ਲੰਬੇ ਸਮੇਂ ਤੋਂ ਬਾਅਦ ਦੇ ਵਿੱਚ ਆ ਕੇ ਤੁਹਾਡੀ ਬੌਂਡਿੰਗ ਬਹੁਤ ਸਟਰੋਂਗ ਹੋਈ ਆਪਣੇ ਹਸਬੈਂਡ ਦੇ ਨਾਲ? ਬਹੁਤ ਜ਼ਿਆਦਾ। ਜਦੋਂ ਸਾਰੀ ਮੇਰੀ ਮਤਲਬ ਫੈਮਿਲੀ ਸੈੱਟ ਹੋ ਗਈ, ਬੱਚੇ ਸ਼ਾਦੀशुदा ਹੋ ਗਏ, ਅਤੇ ਫਿਰ ਉਹ USA ਅਸੀਂ ਮਾਈਗਰੇਟ ਕਰ ਗਏ। ਉਸ ਵੇਲੇ ਫਿਰ ਸਾਡੀ ਦੋਸਤੀ ਬਹੁਤ ਗੂੜੀ ਹੋ ਗਈ, ਅਤੇ ਫਿਰ ਸਾਨੂੰ ਇੱਕ ਦੂਜੇ ਲਈ ਜੀਣਾ ਸੀ ਫਿਰ ਅਸੀਂ। ਅਤੇ ਉਸ ਵੇਲੇ ਅਸੀਂ ਬੜੇ ਚੰਗੇ ਫਰੈਂਡ ਸੀ, ਅੱਛੇ ਦੋਸਤ ਬਣ ਗਏ ਸੀ।
लेकिन समय ने फिर ऐसा चक्कर चलाया कि जुदाई फिर सहनी पै गई। ਉਹਨਾਂ ਦਾ ਜਿਹੜਾ ਸਾਥ ਲੰਬੇ ਸਮੇਂ ਲਈ ਸੁਣਨ ਉਹ ਮਿਲਿਆ ਨਹੀਂ ਹੈਗਾ, ਮਿਲਿਆ ਨਹੀਂ। सो ਜ਼ਿੰਦਗੀ ਜ਼ਿੰਦਾ ਦਿਲੀ का नाम है मुर्दा दिल के खाक ਬਿਲਕੁਲ ਬਿਲकुल ਜਿਉਂਦੇ ਰਹਿਣਾ ਜੀਣਾ ਤਾਂ ਹੈਗਾ ਹੀ। ਬਿਲਕੁਲ ਬਿਲकुल ਤੇ ਇੰਨੀ ਸਟਰਗਲ ਤੋਂ ਬਾਅਦ ਦੇ ਵਿੱਚ ਫਿਰ ਪਰਮਾਤਮਾ ਨੇ ਤੁਹਾਨੂੰ ਜੌਬ ਦਿੱਤੀ, ਜੌਬ ਤੋਂ ਬਾਅਦ ਵਿੱਚ ਬੱਚੇ ਵੀ ਪੜ੍ਹ ਗਏ, ਫਿਰ ਕੈਨੇਡਾ ਅਮਰੀਕਾ ਜਿਹੜੇ ਬੱਚੇ ਅੱਜ ਤੁਹਾਡੇ ਸੈੱਟ ਨੇ, ਤੁਸੀਂ ਖੁਦ ਉੱਥੋਂ ਦੀ ਸਿਟੀਜ਼ਨਸ਼ਿਪ ਤੁਹਾਡੇ ਕੋਲ ਹੈ, ਤੇ ਹੁਣ ਕਿਵੇਂ ਲੱਗ ਰਿਹਾ ਜਦੋਂ ਆਪਣੀ ਪਿਛਲੀ ਕੈਨਵਸ ਵੱਲ ਦੇਖਦੇ ਹੋ, ਸਟਰਗਲ ਨਾਲ ਭਰੀ ਹੋਈ, ਫੁੱਲ ਸਟਰਗਲ ਨਾਲ ਭਰੀ ਹੋਈ ਲਾਈਫ? ਮੈਂ ਉਹ ਸਾਰੀ ਜ਼ਿੰਦਗੀ ਨੂੰ ਆਪਣੇ ਆਪ ਨੂੰ ਭੁਲਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਭੁੱਲ ਵੀ ਗਈ ਹਾਂ। ਮੈਂ ਹੁਣ ਜ਼ਿਆਦਾ ਉਹਨਾਂ ਨੂੰ ਯਾਦ ਨਹੀਂ ਕਰਦੀ। ਵੈਸੇ ਜੀਣਾ ਹੈ ਜਹਾਨ ਮੇਂ ਤੋਂ ਮੁਸਕਰਾਈ। ਆਂਟੀ ਬੱਚਿਆਂ ਦੀ ਸਟੱਡੀ ਦਾ ਤੁਹਾਨੂੰ ਲੱਗਿਆ ਉਦੋਂ ਕਿ ਕਿੰਨੀ ਇਫੈਕਟ ਹੋਈ ਕਿ ਜੇ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਤਾਂ ਮੈਂ ਹੋਈ। ਮੇਰੇ ਬੱਚਿਆਂ ਦੀ, 2 ਬੱਚਿਆਂ ਦੀ, ਵੱਡਿਆਂ ਦੀ ਤਾਂ ਬਹੁਤ ਇਫੈਕਟ ਹੋਈ। ਇਹਨੂੰ ਅਸੀਂ ਕਾਨਵੈਂਟ 'ਚ ਪੜ੍ਹਾਇਆ ਜਦੋਂ ਮੇਰੀ ਜੌਬ ਲੱਗਦੀ ਸੀ, ਜਦੋਂ ਮਤਲਬ। ਅੱਛਾ, ਬਬਲੀ ਜਿਹੜੇ ਹੈਗੇ ਨੇ ਛੋਟੇ ਵਾਲੇ? ਬਬਲੀ ਤੇ ਇਹਨਾਂ, ਬਬਲੀ ਵੱਡੀ ਹੈ, ਇਹ ਛੋਟੀ ਹੈ ਸਭ ਤੋਂ। ਅੱਛਾ ਅੱਛਾ। ਇਹਨੂੰ ਕਾਨਵੈਂਟ 'ਚ ਪੜ੍ਹਾਇਆ। ਉਹਨਾਂ ਨੂੰ ਤਾਂ ਅਸੀਂ ਗਵਰਨਮੈਂਟ ਸਕੂਲ 'ਚ ਪਾਇਆ। ਦੋਨੋਂ ਬੱਚੇ ਉਹ ਗਵਰਨਮੈਂਟ ਸਕੂਲ 'ਚ ਪੜ੍ਹੇ, ਇਸ ਕਰਕੇ ਉਹ ਸਫਰ ਰਹੇ ਦੋਨੋਂ। ਤੇ ਇਹ ਤੇ ਵੈਸੇ ਵੀ ਸਟੱਡੀ 'ਚ ਬਹੁਤ ਅੱਛੀ ਸੀ, ਸਕੂਲ 'ਚ ਵੀ ਕਾਲਜ 'ਚ ਵੀ ਅੱਛੀ ਸੀ। ਤੇ ਉਸ ਸਮੇਂ ਜੇ ਕਿਉਂਕਿ ਇਨਸਾਨੀ ਫਿਤਰਤ ਹੈ ਕਿ ਜਦੋਂ ਉਹਨੂੰ ਟਰਬਲਸ ਆਉਂਦੀਆਂ ਨੇ, ਜਦੋਂ ਉਹਨੂੰ ਮੁਸ਼ਕਲਾਂ ਆਉਂਦੀਆਂ ਨੇ ਤਾਂ ਉਹਨੂੰ ਗੁੱਸਾ ਵੀ ਆਉਂਦਾ। ਉਸ ਸਮੇਂ 'ਚ ਜੇ ਸਭ ਤੋਂ ਵੱਧ ਕਿਤੇ ਗੁੱਸਾ ਆਉਂਦਾ ਸੀ, ਕਿਤੇ ਆਉਂਦਾ ਸੀ, ਤੇ ਉਹਨੂੰ ਕਿਵੇਂ ਕੱਢਦੇ ਸੀ? ਕਿਉਂਕਿ ਕਥਾਰਸਿਸ ਹੋਣਾ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹ ਤਾਂ ਮਤਲਬ ਕੋਈ, ਮੈਨੂੰ ਲੱਗਦਾ ਕੋਈ ਦੈਵੀ ਸ਼ਕਤੀ ਹੋ ਸਕਦੀ ਹੈ ਜਿਹੜੀ ਮਤਲਬ ਪਾਰ ਹੋ ਸਕੇ ਇਹਨਾਂ ਚੀਜ਼ਾਂ ਤੋਂ। ਕਿਵੇਂ ਨਿਕਲਦੇ ਸੀ? ਗੁੱਸਾ ਦੇਖੋ, ਹਰ ਜਿਹੜਾ ਹੈਲਪਲੈਸ ਬੰਦਾ ਉਹ ਆਪਣੇ ਛੋਟੇ ਤੇ ਗੁੱਸਾ ਕੱਢਦਾ, ਬੜੇ ਤੇ ਤਾਂ ਕੱਢ ਨਹੀਂ ਸਕਦਾ। ਬੜਾ ਤੁਹਾਡੇ ਇੱਕ ਦੀ ਬਜਾਏ 2 ਮਾਰੇਗਾ। ਇਸ ਕਰਕੇ ਮੈਨੂੰ ਜਦੋਂ ਮੈਂ ਡਿਪੂ ਤੇ ਪਹਿਲਾਂ ਮੈਂ 25 ਰੁਪਏ ਮਹੀਨਾ ਤੇ ਕੰਮ ਕਰ ਰਹੀ ਸੀ, ਫਿਰ 50 ਤੇ ਲੱਗੀ। ਉਹ ਵੀ ਮੇਰੀ ਨੌਕਰੀ ਕਿਸੇ ਕਾਰਨ ਛੁੱਟ ਗਈ। ਜਿੱਦਣ ਉਹ ਨੌਕਰੀ ਮੈਨੂੰ ਛੁੱਟੀ ਉਦੋਂ ਮੈਂ ਆਪਣਾ ਉਹਦਾ ਬਹੁਤ ਡਿਸਟਰਬ ਹੋਈ। ਤੇ ਮੈਂ ਘਰ ਆ ਕੇ ਮਤਲਬ ਹੋਰ ਤਾਂ ਕੁਛ ਨਹੀਂ ਸੀ, ਮੇਰੀ ਵੱਡੀ ਬੇਟੀ ਹੈ ਜੇ ਛੋਟੀ ਸੀ, ਮੈਂ ਉਹਨੂੰ ਬਹੁਤ ਮਾਰਿਆ ਉਦੋਂ, ਬਹੁਤ। ਮਤਲਬ ਉਹਦਾ ਕੋਈ ਕਸੂਰ ਕੋਈ ਨਹੀਂ ਸੀ, ਪਰ ਮੈਂ ਕੁਛ ਕਰ ਨਹੀਂ ਸਕਦੀ। ਜੋ ਉਹਨੇ ਕੁਛ ਕਿਹਾ ਹੋਊਗਾ, ਮੰਗਿਆ ਹੋਊਗਾ, ਤੇ ਮੈਂ ਬਹੁਤ ਮਾਰਿਆ। ਤੇ ਫਿਰ ਬਾਅਦ ਮੈਂ ਬਹੁਤ ਰੋਈ। ਸਟਰਗਲ ਦੇ ਉਸ ਸਮੇਂ ਦੇ ਦੌਰਾਨ ਤੁਹਾਨੂੰ ਸਪੋਰਟ ਸਭ ਤੋਂ ਵੱਧ ਕਿਹਨੇ ਕੀਤਾ? ਸਪੋਰਟ ਕਿਸੇ ਨੇ ਨਹੀਂ ਮੈਨੂੰ ਕੀਤੀ। ਸਾਹਿਤਿਕ, ਪਹਿਲੀ ਗੱਲ ਇਹ ਕਿ ਸਾਹਿਤ ਕਲਮ ਮੈਂ ਚੱਕੀ ਕਿਉਂ, ਜਦੋਂ ਮੈਂ ਗਿਆਨੀ 'ਚ ਪੜ੍ਹ ਰਹੀ ਸੀ ਤਦੇ ਹੀ ਸਾਡੇ ਘਰ 'ਚ ਹਜੇ ਤਾਂ ਅਸੀਂ 15 ਰੁਪਏ ਮਹੀਨੇ 'ਚ ਰਹਿੰਦੇ ਸੀ, ਤੇ ਇੱਕ ਪਾਈਆ ਦੁੱਧ 'ਚ ਸਾਡਾ ਸਾਰਾ ਗੁਜ਼ਾਰਾ ਹੁੰਦਾ ਸੀਗਾ। ਜ਼ਿਆਦਾ ਇਕਨੋਮਿਕਲੀ ਹਜੇ ਬਹੁਤ ਪੂਰ ਸੀ, ਹਜੇ ਜੌਬ, ਗਵਰਨਮੈਂਟ ਜੌਬ ਨਹੀਂ ਸੀ ਮਿਲੀ। ਤੇ ਸਪੋਰਟ ਤੇ ਮੈਨੂੰ ਮੇਰੀਆਂ ਪਰਿਸਥਿਤੀਆਂ ਨੇ ਕੀਤੀ। ਘਟਨਾਵਾਂ ਜੋ ਮੇਰੇ ਨਾਲ ਘਟ ਰਹੀਆਂ ਸੀ ਉਹੀ ਮੈਨੂੰ ਸਪੋਰਟ ਕਰਦੀਆਂ ਸੀ, ਉਹੀ ਮੈਨੂੰ ਗਾਈਡ ਕਰਦੀਆਂ ਸੀ। ਮੈਨੂੰ ਕਿਸੇ ਮਨੁੱਖ ਨੇ ਨਹੀਂ ਕੀਤਾ ਗਾਈਡ। ਅੱਛਾ, ਲਿਖਣ ਦੇ ਵਿੱਚ ਕਿਹਨੂੰ ਆਪਣਾ ਮੰਨਦੇ ਹੋਗੇ, ਗੁਰੂ ਮੰਨਦੇ ਹੋ ਕਿ ਮੈਨੂੰ ਜਿਹੜੀਆਂ ਰਾਈਟਿੰਗ ਸਕਿੱਲਸ ਨੂੰ ਡਿਵੈਲਪ ਕਰਨ ਦੇ ਵਿੱਚ ਕਿਸੇ ਨੇ ਹੈਲਪ ਕੀਤਾ ਹੋਵੇ? ਨਹੀਂ, ਐਸਾ ਕਿਸੇ ਨੇ ਕੋਈ ਮੈਨੂੰ ਹੈਲਪ ਨਹੀਂ ਕੀਤਾ, ਲੇਕਿਨ ਬਹੁਤ ਸਾਰੀਆਂ ਕਿਤਾਬਾਂ ਮੈਨੂੰ ਜਿਹੜੇ ਮੇਰੇ ਫੇਵਰੇਟ ਰਾਈਟਰ ਸੀ ਉਹ ਪੜ੍ਹਦੇ ਸੀ। ਇੱਕ ਲਿਬਲਾਨ ਦਾ ਰਾਈਟਰ ਸੀ, ਉਹ ਮੈਨੂੰ ਇਸ ਵੇਲੇ ਉਹਦਾ ਨਾਮ ਨਹੀਂ ਆਦਾ, ਉਹਨੂੰ ਮੈਂ ਬਹੁਤ ਜ਼ਿਆਦਾ ਪੜ੍ਹਦੀ ਸੀ। ਤੇ ਅੰਮ੍ਰਿਤਾ ਜੀ ਨੂੰ ਬਹੁਤ ਪੜ੍ਹਦੀ ਸੀ। ਅੰਮ੍ਰਿਤਾ ਜੀ ਦੀ ਰਾਈਟਿੰਗ ਮੈਨੂੰ ਬਹੁਤ ਪਸੰਦ ਸੀਗੀਆਂ। ਤੇ ਇਸ ਤੋਂ ਇਲਾਵਾ ਦੁੱਗਲ ਸਾਹਿਬ ਨੂੰ ਵੀ ਪੜ੍ਹਦੀ ਸੀ। ਤੁਸੀਂ ਜ਼ਿਕਰ ਕੀਤਾ ਅੰਮ੍ਰਿਤਾ ਜੀ ਦਾ, ਤੇ ਅੰਮ੍ਰਿਤਾ ਪੰਜਾਬੀ ਦੀ ਬਹੁਤ ਵੱਡੀ ਲੇਖਿਕਾ ਹੈ। ਉਹਨਾਂ ਦਾ ਸਾਥ ਤੁਸੀਂ ਮਾਣਿਆ, ਉਹਨਾਂ ਦੇ ਨਾਲ ਤੁਸੀਂ ਰਹੇ ਹੋ, ਉਹਨਾਂ ਦੇ ਬਾਰੇ ਵਿੱਚ ਕੁਝ ਗੱਲਾਂ ਸਾਡੇ ਨਾਲ ਸਾਂਝੀਆਂ ਕਰੋ। ਅੰਮ੍ਰਿਤਾ ਜੀ ਨੂੰ ਪਹਿਲੀ ਵਾਰ ਤਾਂ ਮੈਂ ਜਦੋਂ ਮਿਲੀ ਸੀ, ਜਾਂ 8ਵੀਂ 'ਚ ਮੈਂ ਪੜ੍ਹਦੀ ਸੀ, ਉਹਨਾਂ ਦਾ ਘਰ ਸਾਡੇ ਸਕੂਲ ਦੇ ਸਾਹਮਣੇ ਸੀਗਾ। ਉਹ ਮੈਨੂੰ ਪਤਾ ਲੱਗਿਆ ਕਿ ਅੰਮ੍ਰਿਤਾ ਜੀ ਇੱਥੇ ਰਹਿੰਦੇ ਨੇ, ਔਰ ਉਹਨਾਂ ਦਿਨਾਂ 'ਚ ਉਹ ਜਿਹੜਾ ਪ੍ਰੋਗਰਾਮ ਕਰਦੇ ਸੀ ਨਾ, ਆਵਾਜ਼ ਦੀ ਦੁਨੀਆ ਵੱਲੋਂ ਤੁਹਾਡੀ ਚਿੱਠੀ ਮਿਲੀ, ਖਾਸ ਕਰਕੇ ਉਹ ਮੈਂ ਸੁਣਦੀ ਹੁੰਦੀ ਸੀ। ਬੁੱਧਵਾਰ ਵਾਲੇ ਦਿਨ ਸ਼ਾਮ ਨੂੰ ਹੁੰਦਾ ਸੀ ਪ੍ਰੋਗਰਾਮ। ਤੇ ਮੈਨੂੰ ਪਤਾ ਲੱਗਿਆ ਅੰਮ੍ਰਿਤਾ ਜੀ ਇੱਥੇ ਰਹਿ ਰਹੇ, ਸਕੂਲ ਬਿਲਕੁਲ ਸਾਹਮਣੇ ਹੀ ਸੀਗਾ। ਮੈਂ ਤੇ ਮੇਰੀ ਨਣਦ ਸੀ ਨਾ, ਇੱਕ ਦਿਨ ਉਹਨਾਂ ਨੂੰ ਮਿਲਣ ਗਈਆਂ, ਦਰਵਾਜ਼ਾ ਖੁੱਲ੍ਹਾ ਸੀਗਾ। ਤੇ ਪਹਿਲੇ ਹੀ ਜਿਹੜਾ ਉਹਨਾਂ ਦਾ ਐਂਟਰੈਂਸ ਸੀ ਉਹੀ ਸ਼ਾਇਦ ਉਹਨਾਂ ਦਾ ਡਰਾਇੰਗ ਰੂਮ ਸੀਗਾ। ਤਾਂ ਕੁਛ ਰਾਈਟਰਾਂ ਦੇ ਨਾਲ ਬੈਠੇ ਸੀ, ਮੈਨੂੰ ਲੱਗਦਾ ਇੱਕ ਸਿੱਖ ਸਾਹਿਬ ਬੈਠੇ ਸੀ, ਹੋਰ ਮੈਂ ਕਿਸੇ ਨੂੰ ਪਹਿਚਾਣਦੀ ਨਹੀਂ ਸੀ। ਉਸ ਵੇਲੇ ਨਾ ਮੈਂ
ਉਹਨਾਂ ਨੂੰ ਆਪਣੇ ਹੱਥ ਨਾਲ ਕਾਰਡ ਲਿਖ ਕੇ ਨਾ ਉੱਤੇ ਲਿਖਿਆ ਹੋਇਆ ਸੀਗਾ ਕਿ ਮੇਰੀ ਇਹ ਫਰਮਾਇਸ਼ ਪੂਰੀ ਕਰਨਾ ਤੁਸੀਂ ਬੁੱਧਵਾਰ ਨੂੰ। ਅੱਛਾ। ਤੇ ਮੈਂ ਦੇ ਕੇ ਉਹਨਾਂ ਨੂੰ ਆ ਗਈ। ਉਹਨੇ ਕਿਹਾ ਅੱਛਾ ਫਿਰ ਤੁਸੀਂ ਨਾ ਪਹਿਲਾਂ ਹੀ ਆਪਣਾ ਉਹ ਰੇਡੀਓ ਖੋਲ੍ਹ ਲੈਣਾ ਤੇ ਮੈਂ ਤੁਹਾਡੀ ਫਰਮਾਇਸ਼ ਜ਼ਰੂਰ ਸ਼ੁਰੂ ਪੂਰੀ ਕਰਾਂਗੀ। ਤੇ ਫਿਰ ਉਹ ਗੀਤ ਸੀ, ਮੈਨੂੰ ਯਾਦ ਹੈ ਕਿਹੜਾ ਗੀਤ ਸੀ ਜਿਹੜਾ ਮੈਂ ਲਿਖਿਆ ਸੀ, ਕੋਈ ਸ਼ੈਲੀ ਗਾਇਕਾ ਸੀ, ਮੈਨੂੰ ਅਗਲਾ ਨਾਂ ਨਹੀਂ ਉਹਦਾ ਨਾਂ ਯਾਦ ਆਉਂਦਾ। ਉਹ ਗੀਤ ਸੀ, ਨਾ ਚੁੰਨੀ ਲੈ ਸੁਰਮਈ ਕੁੜੇ ਤੂੰ ਦਿਸੇ ਬਦਲੀ ਜਈ ਕੁੜੇ ਤੂੰ ਨਾ ਚੁੰਨੀ ਲੈ। ਤੇ ਫਿਰ ਉਹਨਾਂ ਨੇ ਪੂਰਾ ਕੀਤਾ ਸੀ। ਮੈਂ ਬੜੀ ਖੁਸ਼ੀ ਹੋਈ ਉਸ ਦਿਨ, ਕਿਉਂਕਿ ਮੇਰਾ ਨਾਮ ਵੀ ਉਹਨਾਂ ਨੇ ਰੇਡੀਓ 'ਚ ਲਿਆ। ਫਿਰ ਉਸ ਤੋਂ ਬਾਅਦ ਅਮਰਤਾ ਜੀ ਦੇ ਨਾਲ ਕਿਵੇਂ ਉਸ ਤੋਂ ਬਾਅਦ ਮੇਰੀ ਕੋਈ 10-15 ਸਾਲ ਉਹਨਾਂ ਨਾਲ ਕੋਈ ਐਸੋਸੀਏਸ਼ਨ ਨਹੀਂ ਰਹੀ। ਜਦੋਂ ਫਿਰ ਮੈਂ MA ਜੁਆਇਨ ਕੀਤੀ ਦਿੱਲੀ ਯੂਨੀਵਰਸਿਟੀ 'ਚ, ਤਾਂ ਡਾਕਟਰ ਬੰਜਾਰਾ ਵੇਦੀ ਮੇਰੇ ਉਹ ਸੀਗੇ, ਮਤਲਬ ਫੋਕਲੋਰ ਮੈਨੂੰ ਪੜ੍ਹਾਉਂਦੇ ਸੀ, ਪ੍ਰੋਫੈਸਰ ਸੀਗੇ। ਉਹਨਾਂ ਦਾ ਅਮਰਤਾ ਜੀ ਨਾਲ ਕੰਟੈਕਟ ਸੀਗਾ ਕਿ ਉਹਨਾਂ ਦਾ ਇਨਸਾਈਕਲੋਪੀਡੀਆ ਛਪ ਰਿਹਾ ਸੀ, ਅਮਰਤਾ ਜੀ ਨੂੰ ਸਲਾਹ ਲੈਣ ਜਾਂਦੇ ਸੀ ਉਹ। ਇੱਕ ਦਿਨ ਮੈਨੂੰ ਵੀ ਲੈ ਗਏ ਅਮਰਤਾ ਜੀ ਕੋਲੇ। ਘਰ ਸਾਡਾ ਡਾਕਟਰ ਸਾਹਿਬ ਦਾ ਤਾਂ ਸਾਡਾ ਘਰ ਨੇੜੇ ਸੀ, ਇਸ ਕਰਕੇ ਇਕੱਠੇ ਅਸੀਂ ਜਾਂਦੇ। ਤੇ ਜਾਂਦੇ ਹੀ ਉਹਨਾਂ ਨੇ ਮੈਨੂੰ ਇੰਟਰੋਡਿਊਸ ਕੀਤਾ, ਇਹ ਮੇਰੀ ਸਟੂਡੈਂਟ ਹੈ ਬਚਿੰਤ ਕੌਰ, ਅੱਛੀਆਂ ਕਹਾਣੀਆਂ ਲਿਖਦੀ ਹੈ। ਤੇ ਕਹਿੰਦੇ ਅੱਛਾ ਫਿਰ ਤੁਹਾਡੀ ਸਟੂਡੈਂਟ ਲਿਆਓ, ਫਿਰ ਪਹਿਲਾਂ ਇਹਨੂੰ ਇੰਟਰਵਿਊ ਕਰ ਲੈਣਾ। ਪਹਿਲਾਂ ਹੀ ਜਾਂਦੇ ਉਹਨਾਂ ਨੇ ਮੈਨੂੰ ਇੰਟਰਵਿਊ ਸ਼ੁਰੂ ਕਰ ਦਿੱਤੀ। ਪਹਿਲਾ ਹੀ ਕੁਐਸਚਨ ਸੀਗਾ, ਅੱਛਾ ਕੀ ਪੜ੍ਹ ਰਹੇ ਹੋ ਸਾਹਿਤ 'ਚ? ਮੈਂ ਕਿਹਾ ਜੀ ਅਜੇ ਤੱਕ ਤਾਂ ਮੈਂ ਜ਼ਿਆਦਾ ਜਿਹੜਾ ਪੜ੍ਹਿਆ ਉਹ ਬੁੱਲੇ ਸ਼ਾਹ ਜ਼ਿਆਦਾ ਪੜ੍ਹਿਆ, ਜਾਂ ਦੂਸਰਾ ਇਸ਼ਕ ਮਜਾਜੀ ਵਾਲਾ ਸਾਹਿਤ ਜ਼ਿਆਦਾ ਪੜ੍ਹਿਆ। ਕਹਿੰਦੇ ਅੱਛਾ ਫਿਰ ਇਸ਼ਕ ਮੁਸ਼ਕ ਦੀ ਕੋਈ ਗੱਲ ਕਰੀਏ? ਮੈਂ ਕਿਹਾ ਜੀ ਦੇਖ ਲਓ। ਕਹਿੰਦੇ ਸੁਣਾਓ ਫਿਰ ਇਸ਼ਕ ਮੁਸ਼ਕ ਦੀ ਗੱਲ। ਕਹਿੰਦੇ ਇਸ਼ਕ ਮੁਸ਼ਕ ਦੀ ਫਿਰ ਗੱਲ ਸੁਣਾ ਸਕਦੇ ਹੋ? ਮੈਂ ਕਿਹਾ ਜੀ ਇਸ਼ਕ ਦੇ ਵਿੱਚੋਂ ਮੁਸ਼ਕ ਆਇਆ, ਮੈਨੂੰ ਹਜੇ ਤੱਕ ਇਸ਼ਕ ਦਾ ਨਹੀਂ ਪਤਾ। ਅੱਛਾ। ਫਿਰ ਉਹਨਾਂ ਨੇ ਅੱਗੇ ਕਾਫੀ ਕੁਝ ਪੁੱਛਿਆ ਮੈਨੂੰ, ਕਾਫੀ ਲੰਬੀ ਇੰਟਰਵਿਊ ਹੋਈ। ਫਿਰ ਸੈਕਿੰਡ ਟਾਈਮ ਫਿਰ ਅਸੀਂ ਗਏ। ਉਹਨਾਂ ਦਾ ਬਰਥਡੇ ਸੀਗਾ 31 ਅਗਸਤ ਨੂੰ, ਉਹਨਾਂ ਦਾ ਬਰਥਡੇ ਹੁੰਦਾ ਸੀ। ਫਿਰ ਉਹਨਾਂ ਨੇ ਫਿਰ ਮੈਨੂੰ ਇੰਟਰਵਿਊ ਕੀਤਾ। ਉਸ ਵੇਲੇ ਅਸੀਂ ਨਾ ਇੱਕ ਵਿਜ਼ਿਟ ਕਰਕੇ ਆਏ ਸੀ, ਜਿਹੜਾ ਹਿਲ ਸਟੇਸ਼ਨ ਹੈ ਬੜਾ ਪਾਪੂਲਰ, ਸ਼ਿਮਲਾ। ਸਾਰੇ ਟੱਬਰ ਹੀ ਅਸੀਂ ਗਏ ਸੀ ਉੱਥੇ ਨਾ। ਸਾਨੂੰ ਕੁਫਰੀ ਅਸੀਂ ਜਾ ਰਹੇ ਸੀ, ਉੱਥੇ ਕੁਫਰੀ ਜਦੋਂ ਪਾਰ ਕਰਨ ਲੱਗੇ ਨਾ, ਇੱਕ ਲੇਡੀ ਆਈ ਭੱਜੀ ਸਾਡੀ ਟੈਕਸੀ ਦੇ ਅੱਗੇ, ਉਹਨੇ ਟੈਕਸੀ ਰੋਕ ਲਈ। ਮੈਂ ਪੜ੍ਹੇ ਇਹ ਦਾ ਜ਼ਿਕਰ ਮੈਂ ਤੁਹਾਨੂੰ ਪੁੱਛਣਾ ਵੀ ਸੀਗੇ, ਬਹੁਤ ਇੰਪੋਰਟੈਂਟ ਜਿਹੜੀ ਗੱਲ ਹੈ, ਤੁਸੀਂ ਜ਼ਰੂਰ ਦਰਸ਼ਕਾਂ ਨਾਲ ਸਾਂਝੀ ਕਰੋ ਜੀ। ਮੈਂ ਯਾਦ ਆ ਗਈ ਤਾਂ ਮੈਂ ਦੱਸ ਰਹੀ ਹਾਂ। ਤੇ ਉਹਨੇ ਸਾਡੀ ਟੈਕਸੀ ਰੋਕ ਲਈ। ਅਸੀਂ ਉਹ ਟੈਕਸੀ ਵਾਲਾ ਕਹਿੰਦਾ ਇਹ ਪਾਗਲ ਔਰਤ ਹੈ ਜੀ, ਆਪਾਂ ਨਹੀਂ ਰੋਕਦੇ। ਮੈਂ ਕਿਹਾ ਨਹੀਂ ਤੁਸੀਂ ਟੈਕਸੀ ਰੋਕ ਲਓ ਮੇਰੇ ਕਹੇ ਤੇ। ਉਹਨੇ ਰੋਕ ਲਿੱਤੀ। ਮੈਂ ਨੀਚੇ ਉਤਰੀ, ਉਹਨੂੰ ਪੁੱਛਿਆ ਤੁਸੀਂ ਕੌਣ ਹੋ? ਭੈਣ ਜੀ ਮਾਤਾ ਜੀ ਘੱਗਰੀ ਪਾਈ ਹੋਈ ਸੀ ਉਹਨੇ, ਉਹੀ ਡਰੈਸ ਪਾਈ ਸੀ ਉੱਥੇ ਦੀ। ਤੇ ਉਹ ਕਹਿੰਦੀ ਨਾ ਮੈਂ ਮਹਾਰਾਣੀ ਆ। ਮੈਂ ਕਿਹਾ ਅੱਛਾ ਮਹਾਰਾਣੀ ਆ, ਫਿਰ ਇੱਥੇ ਕਿਵੇਂ ਆ ਗਈ? ਕਹਿੰਦੀ ਇਹ ਕੁਫਰੀ ਜਿਹੜੀ ਜਗ੍ਹਾ ਨਾ, ਇਹ ਮੇਰੇ ਪਿਤਾ ਦੀ ਜਗ੍ਹਾ ਹੈ, ਮੇਰੀ ਇੱਥੇ ਸ਼ਾਦੀ ਹੋਈ ਸੀ, ਇੱਥੋਂ ਰਾਜਾ ਮੈਨੂੰ ਲੈ ਕੇ ਗਿਆ ਸੀਗਾ। ਮੈਂ 10ਵੀਂ ਰਾਣੀ ਆ ਮਹਾਰਾਜਾ ਪਟਿਆਲਾ ਦੀ। ਅੱਛਾ। ਤੇ ਮੇਰਾ ਇੱਕ ਬੇਟਾ ਵੀ ਆ। ਉਹਨੇ ਬੇਟਾ ਦਿਖਾਇਆ, ਦੂਰੋਂ ਕਮਲਾ ਜਿਹਾ ਹੋਇਆ ਫਿਰਦਾ ਸੀਗਾ, ਬਾਗ ਸੀ ਉਹਦੇ ਸੇਬਾਂ ਦੇ, ਉਹਨੇ ਉਹ ਵੀ ਦਿਖਾਏ ਕਿ ਮੇਰੇ ਨੇ ਸਾਰੇ। ਲੇਕਿਨ ਵੈਸੇ ਐਕਚੁਅਲੀ ਉਹਦੇ ਕੋਲ ਨਹੀਂ ਸੀ, ਉਹਦੇ ਕੋਲੋਂ ਲੈ ਚੁੱਕਿਆ ਸੀ ਕੋਈ ਬੰਦਾ। ਰਿਆਸਤਾਂ ਪਹਿਲਾਂ ਜਿੱਦਾਂ ਹੁੰਦੀਆਂ ਸੀ ਨਾ, ਕਿਸੇ ਪਰਸਨਲ ਬੰਦੇ ਨੇ ਲੈ ਲਈ ਜਾਂ ਰਿਆਸਤ ਨੇ ਲੈ ਲਿਆ, ਆਈ ਡੋਂਟ ਨੋ। ਤੇ ਫਿਰ ਉਹ ਦੱਸ ਰਹੀ ਸੀ ਇਹ ਸਾਰੀ ਪ੍ਰਾਪਰਟੀ ਮੇਰੀ ਹੈ। ਮੇਰੀ ਸ਼ਾਦੀ ਇੱਕ ਜਗ੍ਹਾ ਦਿਖਾਈ ਉਹਨੇ, ਮੰਦਿਰ ਜਿਹਾ ਸੀ ਕਿ ਇੱਥੇ ਮੇਰੀ ਸ਼ਾਦੀ ਹੋਈ ਸੀ। ਤੇ ਇਹ ਫਿਰ ਗੱਲ ਬੜਾ ਦੁਖਾਂਤ ਹੈ ਨਾ ਯਾਰ, ਬੜਾ ਦੁਖਾਂਤ ਹੈ। ਫਿਰ ਉਹਨੇ ਕਿਹਾ ਮੇਰਾ ਬੱਚਾ ਇਹ 10 ਦਿਨ ਦਾ ਸੀ ਜਦੋਂ ਸਾਰੀਆਂ ਰਾਣੀਆਂ ਨੂੰ ਉਹਨਾਂ ਨੇ ਬਾਹਰ ਕੱਢਿਆ ਸੀਗਾ, ਵਿੱਚੋਂ ਮੈਂ ਵੀ ਸੀ। ਤੇ ਕੁਛ ਪੈਸਾ ਕੁਛ ਜੋ ਵੀ ਦੇ ਕੇ ਉਹਨਾਂ ਨੇ ਆਪਣੇ ਮਹਾਰਾਜੇ ਨੇ ਦੂਸਰੇ ਨੇ ਉਹਨਾਂ ਨੂੰ ਕਿਹਾ ਸੀ ਆਪਣੇ ਆਪਣੇ ਘਰ ਜਾਓ। ਤੇ ਇਹ ਗੱਲ ਫਿਰ ਅਮਰਤਾ ਜੀ ਨੂੰ ਨਾਲ ਦੂਜੀ ਇੰਟਰਵਿਊ 'ਚ ਉਹਨਾਂ ਨੇ ਇਹ ਸਾਰੀ ਕਹਾਣੀ ਮੇਰੇ ਤੋਂ ਸੁਣੀ ਤੇ ਉਹ ਇੰਟਰਵਿਊ ਛਾਪੀ। ਤੀਜੀ ਫਿਰ ਉਹਨਾਂ ਨੇ ਛਾਪੀ ਜਦੋਂ ਡੰਡੀਆਂ ਛਪ ਗਈ
ਤਾਂ ਉਹਨਾਂ ਨੇ ਮੈਨੂੰ ਪੁੱਛਿਆ ਕੀ ਅਸਰ ਹੋਇਆ ਤੁਹਾਡੇ ਘਰਦਿਆਂ 'ਤੇ, ਕੀ ਰਿਐਕਸ਼ਨ ਹੈ। ਮੈਂ ਕਿਹਾ ਜੀ ਰਿਐਕਸ਼ਨ ਤਾਂ ਇਹ ਹੈ ਕਿ ਮੇਰੀ ਇੱਕ ਛੋਟੀ ਭੈਣ ਹੈ, ਉਹਨੇ ਕੁਐਸਚਨ ਕੀਤਾ ਕਿ ਤੁਹਾਨੂੰ ਆਪਣੀ ਜਾਤ ਦੱਸਣ ਦੀ ਕੀ ਲੋੜ ਸੀਗੀ। ਕਹਿੰਦੇ ਹੋਰ ਪਤੀ ਦੇਵ ਨੇ ਕੀ ਰਿਐਕਸ਼ਨ। ਮੈਂ ਕਿਹਾ ਜੀ ਪਤੀ ਦੇਵ ਨੇ ਤਾਂ ਪੜ੍ਹੀ ਨਹੀਂ ਨਾ, ਉਹਨਾਂ ਨੂੰ ਪੰਜਾਬੀ ਆਉਂਦੀ ਹੈ। ਕਹਿੰਦੇ ਹੋਰ ਬੱਚਿਆਂ ਨੂੰ ਕੈਸਾ ਲੱਗਿਆ। ਮੈਂ ਕਿਹਾ ਜੀ ਇੱਕ ਮੇਰਾ ਦਾਮਾਦ ਆ, ਉਹਨੂੰ ਤਾਂ ਠੀਕ ਲੱਗਿਆ। ਇੱਕ ਮੇਰੀ ਬੇਟੀ ਹੈ, ਉਹਨੂੰ ਲੱਗਦਾ ਸੀ ਕਿ ਮੇਰੇ ਸਹੁਰਿਆਂ 'ਚ ਜਾ ਕੇ ਇਹ ਅੱਛੀ ਗੱਲ ਨਹੀਂ ਹੋਏਗੀ ਜਿਹੜੀ ਤੁਸੀਂ ਮੁਹੱਬਤ ਦੀ ਗੱਲ ਕੀਤੀ ਹੈ। ਮੁਹੱਬਤ ਇੱਕ ਹਾਦਸਾ, ਹਾਂ ਉਹਦੇ ਵਿੱਚ ਇੱਕ ਚੈਪਟਰ ਆਉਂਦਾ। ਸੋ ਐਸਾ ਰਿਐਕਸ਼ਨ ਸੀ ਕਿ ਕਿਸੇ ਦਾ ਕਿਸੇ ਜਾਂ ਕਿਸੇ ਦਾ ਕਿਹੋ ਜਿਹਾ ਸਭ ਘਰ ਦੇ ਸਾਰਿਆਂ ਨੂੰ ਤਾਂ ਆਬਜੈਕਸ਼ਨ ਹੀ ਸੀਗਾ। ਕਿਹੜੀ ਚੀਜ਼ ਸੀ ਅੰਮ੍ਰਿਤਾ ਉਹਨਾਂ ਦੇ ਵਿੱਚ ਜਿਹੜੀ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਲੱਗਦੀ ਸੀ? ਵੈਸੇ ਨਾ ਜਿਸ ਬੰਦੇ ਨੂੰ ਅਸੀਂ ਪਿਆਰ ਕਰੀਏ ਉਹਦਾ ਸਭ ਕੁਝ ਅੱਛਾ ਲੱਗਦਾ ਸਾਨੂੰ, ਸਭ ਕੁਝ ਸਾਨੂੰ ਉਹਦੇ 'ਚ ਕੋਈ ਔਗਣ ਨਹੀਂ ਦਿਖਦਾ ਹੈਗਾ। ਅਤੇ ਮੈਂ ਅੰਮ੍ਰਿਤਾ ਨੂੰ ਸੱਚਮੁੱਚ ਜੀ ਬਹੁਤ ਮਤਲਬ ਰਿਸਪੈਕਟ ਦਿੰਦੀ ਸੀ ਉਹਨਾਂ ਦੀਆਂ ਲਿਖਤਾਂ ਨੂੰ। ਉਹਨਾਂ ਦੀ ਪਰਸਨੈਲਿਟੀ ਬੜੀ ਯੂਨੀਕ ਪਰਸਨੈਲਿਟੀ ਸੀਗੀ। ਕਿਹੜੀ ਯੂਨੀਕਨੈਸ, ਕਿਹੜੀ ਚੀਜ਼ ਜਿਹੜੀ ਤੁਹਾਨੂੰ ਉਹਨਾਂ ਦੀ ਯੂਨੀਕ ਲੱਗਦੀ ਸੀ? ਦੇਖੋ ਵੈਸੇ ਤਾਂ ਖੂਬਸੂਰਤ ਹੈਗੇ ਸੀ ਇਹ, ਪਰ ਮੇਰੇ ਸਾਹਮਣੇ ਜਦੋਂ ਅਸੀਂ ਅਕਸਰ ਜਾਂਦੇ ਸੀ ਘਰ, ਉਹ ਜ਼ਰੂਰ ਸਿਗਰਟ ਪੀਂਦੇ ਹੁੰਦੇ ਸੀਗੇ। ਮੈਨੂੰ ਜੋ ਧੂੰਆਂ ਕਰਦੇ ਸੀ, ਹਾਂ ਮੈਨੂੰ ਅੱਛਾ ਲੱਗਦਾ ਸੀ, ਮੈਨੂੰ ਬੁਰਾ ਨਹੀਂ ਸੀ ਲੱਗਦਾ ਉਹਨਾਂ ਦਾ। ਹਾਲਾਂਕਿ ਸਭ ਲੋਕ ਉਹਨਾਂ ਦੀ ਆਲੋਚਨਾ ਵੀ ਹੁੰਦੀ ਸੀਗੀ ਪੰਜਾਬੀ, ਹਾਂ, ਲੇਕਿਨ ਮੈਨੂੰ ਕਿਉਂਕਿ ਮੈਨੂੰ ਕੁਛ ਉਹਨਾਂ ਦਾ ਬੁਰਾ ਨਹੀਂ ਲੱਗਦਾ ਸੀ, ਬਿਕੋਜ਼ ਮੈਂ ਉਹਨਾਂ ਦੀ ਰਿਸਪੈਕਟ ਵੀ ਕਰਦੀ ਸੀ, ਪਿਆਰ ਵੀ ਬਹੁਤ ਕਰਦੀ ਸੀ। ਅੱਛਾ, ਪੰਜਾਬੀ ਦੇ ਕੁਝ ਰਾਈਟਰਸ ਜਿਹੜੇ ਸੀ ਉਹਨਾਂ ਨੂੰ ਜਿਹੜੇ ਸੀਗੇ ਅੰਮ੍ਰਿਤਾ ਜੀ, ਕੁਝ ਕਿਸੇ ਨੂੰ ਬਹੁਤ ਜ਼ਿਆਦਾ ਨੇੜੇ ਵੀ ਸੀਗੇ ਤੇ ਕਿਸੇ ਨੂੰ ਬਹੁਤ ਜ਼ਿਆਦਾ ਡਿਸਲਾਈਕ ਵੀ ਕਰਦੇ ਸੀਗੇ। ਬਿਲਕੁਲ ਡਿਸਲਾਈਕ ਕਰਦੇ ਸੀ। ਕੁਝ ਰਾਈਟਰ ਬੜੇ ਉਸ ਸਮੇਂ ਦੇ ਆਪਣੇ ਆਪ ਨੂੰ ਕਹਾਉਂਦੇ ਰਾਈਟਰ ਸੀ, ਚੰਗੇ ਲਿਖਤਾਂ ਵੀ ਸੀਗੀਆਂ, ਪਰ ਕਈ ਐਕਸ਼ਨ ਦੂਸਰੇ ਬੰਦੇ ਨੂੰ ਨਹੀਂ ਅੱਛੇ ਲੱਗਦੇ। ਤੁਸੀਂ ਜ਼ਬਰਦਸਤੀ ਕਿਸ 'ਤੇ ਕਮੈਂਟ ਕਰੋ ਜਾਂ ਕੁਝ ਕਰੋ। ਅਤੇ ਉਹਦੇ ਵਿੱਚ 4-5 ਰਾਈਟਰ ਸੀ ਉਸ ਸਮੇਂ ਦੇ, ਮੈਂ ਇਸ ਵੇਲੇ ਨਾਂ ਨਹੀਂ ਲੈਣਾ ਚਾਹੁੰਦੀ। ਉਹ ਵੀ ਮਤਲਬ ਗ੍ਰੇਟ ਰਾਈਟਰ ਸੀ, ਲੇਕਿਨ ਉਹਨਾਂ ਨੂੰ ਇਜਾਜ਼ਤ ਨਹੀਂ ਕਿ ਉਹਨਾਂ ਦੀਆਂ ਪੌੜੀਆਂ ਵੀ ਚੜ੍ਹਨ ਉਹ। ਅੱਛਾ, ਹਰ ਜਿਹੜਾ ਬਹੁਤ ਸਾਰੇ ਰਾਈਟਰਸ ਨੇ ਆਪਣੀਆਂ ਸਵੈਜੀਵਨੀਆਂ ਲਿਖੀਆਂ ਨੇ, ਤੁਸੀਂ ਵੀ ਲਿਖੀ। ਪਗਡੰਡੀਆਂ ਦੇ ਵਿੱਚ ਅਕੋਰਡਿੰਗ ਟੂ ਯੂ ਕੀ ਇਹੋ ਜਿਹਾ ਸੀਗਾ ਕਿ ਲੋਕਾਂ ਨੇ ਇੰਨੀ ਜ਼ਿਆਦਾ ਜਿਹੜੀ ਉਹ ਪਿਆਰ ਦਿੱਤਾ ਉਹਨੂੰ? ਕੀ ਖਾਸ ਉਹਦੇ ਤੁਹਾਨੂੰ ਲੱਗਿਆ ਕਿ ਕੀ ਇਹਦੇ ਵਿੱਚ ਇਹੋ ਜਿਹਾ? ਉਹਨਾਂ ਨੂੰ ਖਾਸ ਇਹ ਲੱਗਿਆ ਕਿ ਮੈਂ ਜੋ ਲਿਖਿਆ ਨਾ ਉਹਨਾਂ ਨੂੰ ਸੱਚ ਨਜ਼ਰ ਆਇਆ, ਸੱਚ ਹੀ ਸੀਗਾ ਵੈਸੇ ਉਹਦੇ ਵਿੱਚ ਝੂਠ ਹੈ ਵੀ ਨਹੀਂ ਸੀ ਕੁਛ। ਤੁਸੀਂ ਇੰਨਾ ਕੁ ਜ਼ਿਆਦਾ ਸੱਚ ਉਹਦੇ ਵਿੱਚ ਲਿਖਤਾ, ਕੁਛ ਵੀ ਲੁਕਾ ਕੇ ਨਹੀਂ ਰੱਖਿਆ ਜੀ। ਇੰਨਾ ਜੀਰਾ ਕਿੱਥੋਂ ਲੈ ਕੇ ਆਏ? ਮਤਲਬ ਇੰਨਾ ਸੱਚ ਬੋਲਣ ਦਾ, ਲੋਕਾਂ ਦੇ ਆਪਣੀ ਲਾਈਫ ਦੀ ਕਿਤਾਬ ਨੂੰ ਖੋਲ ਕੇ ਰੱਖ ਦੇਣ ਦਾ। ਜਦੋਂ ਮੈਂ ਲਿਖ ਰਹੀ ਸੀ ਮੈਂ ਇਹ ਨਹੀਂ ਦੇਖਿਆ ਕਿ ਮੇਰੇ ਸਾਹਮਣੇ ਪਾਠਕ ਕਿਹੜੇ ਹੋਣਗੇ ਕਿਹੜੇ ਨਹੀਂ ਹੋਣਗੇ। ਅਤੇ ਡਾਕਟਰ ਅਮਰੀਤ ਸਿੰਘ ਨੇ ਕਿਹਾ ਜਿਨ ਤੂੰ ਆਪਣੀ ਆਟੋਬਾਇਓਗ੍ਰਾਫੀ ਲਿਖ। ਅਤੇ ਮੈਂ ਤੁਹਾਡਾ ਜਿਹੜਾ ਆਰਟੀਕਲ ਲਿਖਿਆ ਨਾ ਭਾਸ਼ਾ ਵਿਭਾਗ ਦਾ, ਉਹ ਬਹੁਤ ਮੈਨੂੰ ਅੱਛਾ ਲੱਗਿਆ, ਇਸ ਕਰਕੇ ਮੈਂ ਤੁਹਾਨੂੰ ਰਿਕੁਐਸਟ ਕਰਦਾ। ਮੈਂ ਕਿਹਾ ਜੀ ਡਾਕਟਰ ਸਾਹਿਬ ਹਜੇ ਤੱਕ ਮੇਰੀ ਜ਼ਿੰਦਗੀ 'ਚ ਕੁਛ ਐਸਾ ਨਹੀਂ ਕਿ ਮੈਂ ਆਟੋਬਾਇਓਗ੍ਰਾਫੀ ਲਿਖਾਂ। ਕਹਿੰਦੇ ਨਹੀਂ, ਪਹਿਲਾਂ ਤਾਂ ਅਸੀਂ ਜਨਰਲ ਜਗਜੀਤ ਸਿੰਘ ਦੀ ਲਿਖਣ ਲੱਗੇ ਸੀ, ਪਰ ਉਹ ਕਿਸੇ ਤਰੀਕੇ ਨਾਲ ਰੁਕ ਗਈ। ਫਿਰ ਮੈਂ ਲਿਖਣਾ ਸ਼ੁਰੂ ਕਰ ਦਿੱਤਾ। ਮੈਂ ਜੋ ਲਿਖਣਾ ਸ਼ੁਰੂ ਕੀਤਾ, ਜੋ ਸੀਗਾ ਜਿਹਾ ਜਿਹਾ ਸੀਗਾ, ਮੈਂ ਸੱਚ ਹੀ ਲਿਖਿਆ। ਆਪਣੇ ਦਫ਼ਤਰ ਦੇ ਖਿਲਾਫ ਜੋ ਲੋਕ ਮੇਰੇ ਵਿਰੋਧੀ ਸੀ ਉਹਨਾਂ ਦੇ ਖਿਲਾਫ ਵੀ ਮੈਂ ਲਿਖਿਆ। ਮੈਂ ਸੋਚਿਆ ਨਹੀਂ ਕਿ ਮੈਂ ਉਸੇ ਦਫ਼ਤਰ 'ਚ ਕੰਮ ਕਰ ਰਹੀ ਹਾਂ, ਉਹਨਾਂ ਦੇ ਵਿਰੋਧ 'ਚ ਲਿਖ ਰਹੀ ਹਾਂ। ਨਾ ਤੁਸੀਂ ਉਹਦੇ 'ਚ ਪਰਿਵਾਰ ਦੇ ਨਾਲ ਕੋਈ ਉਹ ਕੀਤਾ, ਰਿਆਇਤ ਕੀਤੀ ਹੈ ਨਾ? ਜਿੱਥੇ ਜਿੱਥੇ ਤੁਹਾਡੇ ਨਾਲ ਜਿਹਨੇ ਵੀ ਤੁਹਾਨੂੰ ਲੱਗਿਆ ਕਿ ਜਿਹਾ ਮੇਰੇ ਨਾਲ ਕਿਸੇ ਨੇ ਬਿਹੇਵ ਕੀਤਾ, ਮੈਂ ਉਹ ਜਿਹਾ ਲਿਖਿਆ। ਡੈਫੀਨੇਟਲੀ ਉਸ ਚੀਜ਼ ਨੂੰ ਤੁਸੀਂ ਲਿਖਿਆ। ਇਸੇ ਸੱਚ ਨੂੰ ਲੈ ਕੇ ਪਾਠਕਾਂ ਨੇ ਮੈਨੂੰ ਇਸ ਦਾ ਮਤਲਬ ਬਹੁਤ ਜ਼ਿਆਦਾ ਭਰਮਾ ਹੋਗਾ। ਅੱਛਾ, ਜਦੋਂ ਤੇ ਇਸੇ ਸੱਚ ਨੂੰ ਲੈ ਕੇ ਇੱਕ ਡਰਾਫਟ 10,000 ਦਾ ਕਿਸੇ ਨੇ ਮੈਨੂੰ ਭੇਜਿਆ ਸੀ। 10,000 ਦਾ ਤੁਹਾਨੂੰ ਡਰਾਫਟ ਭੇਜਿਆ ਸੀ? ਡਾਕਟਰ ਭਜਨ ਸਿੰਘ ਸੀ ਉਹਦਾ ਨਾਮ, ਸਿਵਲ ਸਰਜਨ ਸੀ ਉਹ, ਬਠਿੰਡੇ ਦਾ। ਉਹਨੂੰ ਬੜੀ ਮੈਂ ਕੋਸ਼ਿਸ਼ ਕੀਤੀ ਮਿਲਣ ਦੀ ਜਾਂ ਚਿੱਠੀ ਲਿਖਣ ਦੀ। ਐਂਡ 'ਚ ਉਹਨੇ ਇੱਕ ਫੋਨ ਕਰਕੇ ਮੈਨੂੰ ਕਿਹਾ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ, ਤੁਸੀਂ ਮੈਨੂੰ ਥੈਂਕਸ ਕਰਨਾ ਚਾਹੁੰਦੇ ਹੋ? ਮੈਂ ਕੋਈ ਤੁਹਾਡਾ ਥੈਂਕਸ ਨਹੀਂ ਲੈਣਾ ਚਾਹੁੰਦਾ, ਮੈਂ ਤਾਂ ਤੁਹਾਡੀ ਕਿਤਾਬ ਨੂੰ ਨਮਸਕਾਰ ਕਰ ਰਿਹਾ, ਜਿੰਨਾ ਇੰਨਾ ਸੱਚ ਮੈਂ ਕਦੇ ਪੜ੍ਹਿਆ ਨਹੀਂ ਹੈਗਾ। ਐਗਜ਼ੈਕਟਲੀ, ਬਿਲਕੁਲ ਜੀ। ਤੇ 10,000 ਦੀ ਅਮਾਉਂਟ ਵੀ ਉਸ ਸਮੇਂ 'ਚ ਬਹੁਤ ਵੱਡੀ ਅਮਾਉਂਟ, ਬਹੁਤ ਵੱਡੀ ਸੀ। ਅੱਜ ਤੋਂ 30 ਸਾਲ ਪਹਿਲਾਂ ਦੀ ਗੱਲ। ਕਿਸੇ ਲੇਖਕ ਨੂੰ ਉਹਦੇ ਪਾਠਕ ਵੱਲੋਂ ਐਡੀ ਵੱਡੀ ਅਮਾਉਂਟ ਜਿਹੜੀ ਉਹ ਭੇਜੀ ਜਾਵੇ। ਜਦੋਂ ਮੈਂ ਉਹ ਆਇਆ ਡਰਾਫਟ, ਤਾਂ ਮੈਂ 3 ਮਹੀਨੇ ਤੱਕ ਉਹਦਾ ਉਹ ਹੀ ਨਹੀਂ ਲਿਆ, ਨੋਟਿਸ ਹੀ ਨਹੀਂ ਲਿਆ।
ਮੈਂ ਕਿਹਾ ਕਿਸੇ ਨੇ ਐਵੇਂ ਉਹ ਲਿਖ ਕੇ ਮੈਨੂੰ ਭੇਜ ਦਿੱਤਾ, ਮਜ਼ਾਕ ਕੀਤਾ। ਫਿਰ ਮੈਂ ਪਾਪਾ ਪ੍ਰੀਤਮ ਸਿੰਘ ਜੀ ਨੂੰ ਕਿਹਾ, ਫਿਰ ਉਹਨੇ ਕਿਹਾ ਮੇਰੇ ਕੋਲ ਭੇਜੋ। ਮੈਂ ਉਹਨਾਂ ਨੇ ਫਿਰ ਬੈਂਕ ਭੇਜ ਕੇ ਦੇਖਿਆ ਤਾਂ ਉਹ ਕਹਿੰਦੇ ਇਹ ਚੈੱਕ ਨਹੀਂ ਹੈਗਾ, ਡਰਾਫਟ ਹੈ। ਸੱਚਮੁੱਚ ਤਾਂ ਡਰਾਫਟ ਹੈ, ਇਹ ਹੁਣੇ ਕੈਸ਼ ਹੋ ਸਕਦਾ ਹੈ। ਫਿਰ ਉਹਨਾਂ ਨੇ ਮੈਨੂੰ ਕਿਹਾ ਦੇਖ ਚਿੰਤੇ ਤੁਸੀਂ ਲਿਖ ਰਹੇ ਹੋ ਤੇ ਲੋਕ ਤੁਹਾਨੂੰ ਐਪਰੀਸ਼ੀਏਟ ਵੀ ਕਰਨਗੇ, ਤੁਹਾਨੂੰ ਨਿੰਦਾ ਵੀ ਕਰਨਗੇ। ਤੇ ਇੱਕ ਬਹੁਤ ਅੱਛੀ ਨਰਤਕਾ ਸਾਡੀ ਹੈ, ਮੇਰੇ ਖਿਆਲ ਹੁਣ ਨਹੀਂ ਹੈ, ਸੋਲਨ ਮਾਨ ਸਿੰਘ। ਉਹ ਕਹਿੰਦੇ ਜਦ ਉਹ ਸਟੇਜ ਤੇ ਚੜੀ ਸੀ, ਐਗਜ਼ਾਮਪਲ ਦੇਖ ਰਹੇ ਸੀ, ਤਾਂ ਉਹਨਾਂ ਨੇ ਪਹਿਲੀ ਵਾਰ ਜਦੋਂ ਡਾਂਸ ਕਰਨ ਵਾਸਤੇ ਸਟੇਜ ਤੇ ਉਹਨਾਂ ਫਾਦਰ ਨੇ ਕਿਹਾ ਦੇਖ ਬੇਟੇ ਤੂੰ ਹੁਣ ਟੈਲੈਂਟਡ ਹੋ ਕੇ ਨਾ ਲੋਕਾਂ ਦੇ ਸਾਹਮਣੇ ਆ ਰਹੀ ਹੈ, ਲੋਕ ਤੈਨੂੰ ਨਿੰਦਣਗੇ ਵੀ, ਲੋਕ ਤੈਨੂੰ ਪ੍ਰੇਜ਼ ਵੀ ਕਰਨਗੇ, ਤੂੰ ਦੋਨੋਂ ਚੀਜ਼ਾਂ ਆਪਣੀ ਝੋਲੀ 'ਚ ਪਾਈ ਜਾਈਂ। ਉਹਨਾਂ ਨੇ ਕਿਹਾ ਹੁਣ ਪੱਗ ਡੰਡੀਆਂ ਤੂੰ ਸੱਚ ਸੱਚ ਲਿਖਤੀ, ਲੋਕੀ ਤੇਰੇ ਸੱਚ ਨੂੰ ਵੀ ਦੇਖਣਗੇ। ਅੱਛਾ, ਪਾਠਕਾਂ ਨੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਪੱਗ ਡੰਡੀਆਂ ਨੂੰ ਪੜ੍ਹ ਕੇ। ਉਹਨਾਂ ਨੇ 10,000 ਰੁਪਏ ਦੀ ਅਮਾਊਂਟ ਤੁਹਾਨੂੰ ਭੇਜੀ, ਡਰਾਫਟ ਭੇਜਿਆ। ਬਹੁਤ ਵੱਡਾ ਇਨਾਮ ਹੈ ਇੱਕ ਲੇਖਕ ਵਾਸਤੇ, ਉਹਨਾਂ ਸਮੇਂ 'ਚ 10,000 ਦੀ ਅਮਾਊਂਟ ਬਹੁਤ ਮਾਇਨੇ ਰੱਖਦੀ ਆ। ਤੇ ਦੂਜੇ ਪਾਸੇ ਜਦੋਂ ਸਾਹਿਤਕ ਹਲਕੇ ਦੇ ਵਿੱਚ ਕਿਤੇ ਇਗਨੋਰ ਹੋਇਆ, ਮੰਨਦੇ ਹੋ ਜਦੋਂ ਕਿਹਾ ਜਾ ਰਿਹਾ ਸੀ ਕਿ ਪੱਗ ਡੰਡੀਆਂ ਨੂੰ ਇੱਕ ਵੱਡਾ ਇਨਾਮ ਮਿਲਣਾ ਚਾਹੀਦਾ ਹੈ, ਤੇ ਉਸ ਸਮੇਂ ਤੇ ਪੱਗ ਡੰਡੀਆਂ ਇਗਨੋਰ ਹੋ ਗਈ? ਜ਼ਿੰਦਗੀ 'ਚ ਇੰਨਾ ਕਿਉਂਕਿ ਇੱਕ ਵੱਡੇ ਅਵਾਰਡ ਦੀ ਮੰਨਦੇ ਆ, ਸਾਹਿਤਕ ਹਲਕੇ ਦੇ ਲੋਕ ਜਿਹੜੇ ਮੰਨਦੇ ਆ ਕਿ ਉਸ ਸਮੇਂ 'ਚ ਇਹ ਅਵਾਰਡ ਬਚਿੰਤ ਦੀ ਝੋਲੀ 'ਚ ਪੈਣਾ ਚਾਹੀਦਾ ਸੀ, ਤੇ ਇੱਥੇ ਬਚਿੰਤ ਕੌਰ ਇਗਨੋਰ ਹੋਈ ਸੀਗੀ। ਕਿਵੇਂ ਲੱਗਿਆ? ਲੇਕਿਨ ਮੈਂ ਜ਼ਿਆਦਾ ਇਹਨੂੰ ਬੌਦਰ ਨਹੀਂ ਕੀਤਾ ਹੈਗਾ। ਮੈਨੂੰ ਲੱਗਦਾ ਵੀ ਨਹੀਂ ਸੀਗਾ ਕਿ ਮੈਨੂੰ ਇਸ 'ਚ ਅਵਾਰਡ ਮਿਲ ਜੂ ਜਾਂ ਮੈਂ ਇੰਨੀ ਅੱਛੀ ਕਿਤਾਬ ਲਿਖ ਲੂੰਗੀ। ਫਾਈਨਲ ਹੁੰਦਿਆਂ ਫਾਈਨਲ 3 ਵਾਰੀ ਹੋ ਗਿਆ ਸੀਗਾ, ਬਸ 3 ਵਾਰੀ ਉੱਪਰਲੇ 2 ਬੰਦਿਆਂ ਨੇ ਮਤਲਬ ਇੱਧਰ ਉੱਧਰ ਕਰਕੇ ਉਹ ਵੋਟ ਪਾਈ ਨਹੀਂ ਹੈ। ਮਤਲਬ ਜਿਵੇਂ ਰੋਟੀ ਮੇਰੇ ਹੱਥ ਤੇ ਤਰੀ ਕਿਸੇ ਨੇ ਖਿੱਚ ਲਈ ਹੋਵੇ ਇੱਦਾਂ ਸੀ। ਤੁਹਾਡੀ ਲਾਈਫ ਦੇ ਵਿੱਚ ਵੈਸੇ ਹੋਇਆ ਇਦਾਂ ਹੀ ਹੈ, ਮੌਕੇ ਮਿਲੇ ਜਮਾ ਐਂਡ ਤੇ ਆ ਕੇ ਜਦੋਂ ਸੀਗਾ ਤੁਹਾਡਾ ਕੰਨੀ ਜਿਹੜੀ ਹੈਗੀ ਹੈ ਕਿਸਮਤ ਕਿਸ ਨਾ ਕਿਸੇ ਰੂਪ 'ਚ ਤੁਹਾਡੇ ਇਮਤਿਹਾਨ ਹੋਰ ਲੈਣ ਵਾਸਤੇ ਖਿਸਕਾਉਂਦੀ ਰਹੀ ਹੈ ਨਾ? ਮੇਰਾ ਖਿਆਲ ਹੈ ਕੋਈ ਬਿਹਤਰੀ ਹੋਏਗੀ ਉਹਦੇ 'ਚ। ਮੈਨੂੰ ਅੱਜ ਵੀ ਇਤਰਾਜ਼ ਨਹੀਂ ਹੈ ਉਸ ਅਵਾਰਡ। ਅੱਛਾ, ਕਦੇ ਡਰ ਲੱਗਿਆ ਕਿਸੇ ਤੋਂ? ਡਰ ਵੈਸੇ ਤਾਂ ਮੈਨੂੰ ਹਨੇਰੇ ਤੋਂ ਬਹੁਤ ਡਰ ਲੱਗਦਾ। ਹਨੇਰੇ ਤੋਂ ਡਰ ਲੱਗਦਾ? ਅੱਜ ਵੀ ਲੱਗਦਾ? ਅੱਜ ਵੀ ਲੱਗਦਾ। ਮੈਂ ਆਪਣੇ ਕਮਰੇ 'ਚ ਅੱਜ ਵੀ ਬੱਤੀ ਜਲਾ ਕੇ ਸੌਂਦੀ ਹਾਂ। ਬਾਕੀ ਦੁਨੀਆ ਤੋਂ ਤਾਂ ਡਰ ਲੱਗਦਾ ਹੀ ਲੱਗਦਾ। ਦੁਨੀਆ ਤੋਂ ਸ਼ੁਰੂ ਤੋਂ ਹੀ ਡਰਦੇ ਰਹੇ ਹੋ? ਦੁਨੀਆ ਤੋਂ ਸ਼ੁਰੂ ਤੋਂ ਡਰਦੇ ਰਹੇ ਹੋ ਕਿਉਂਕਿ ਮੁਹੱਬਤ ਇੱਕ ਹਾਦਸਾ ਜਿਹੜੀ ਉਹ ਮੈਨੂੰ ਬਹੁਤ ਵਧੀਆ ਲੱਗੀ, ਉਹਦਾ ਜਿਹੜਾ ਇਹ ਸੀਗਾ, ਕਿਉਂਕਿ ਉਹ ਵੀ ਜ਼ਿੰਦਗੀ ਦਾ ਇੱਕ ਐਂਗਲ ਸੀ। ਜਦੋਂ ਤੁਸੀਂ ਸੈਟਲ ਹੋ ਜਾਂਦੇ, ਸੈਟਲ ਹੋਣ ਤੋਂ ਬਾਅਦ ਜਿੱਦਾਂ ਪਹਿਲਾਂ ਗੱਲ ਕੀਤੀ ਸੀ ਕਿ ਪੇਟ ਨਾ ਪਈਆਂ ਰੋਟੀਆਂ ਸਭੇ ਗੱਲਾਂ ਖੋਟੀਆਂ ਹਨ, ਤੇ ਉਹ ਇੱਕ ਤੁਹਾਡੇ ਅੰਦਰ ਇੱਕ ਸਹੀ ਟਾਈਮ ਤੇ ਇੱਕ ਜ਼ਿੰਦਗੀ ਨੂੰ ਮਾਣਨ ਦੀ ਰੀਝ ਪੈਦਾ ਹੋਣ ਲੱਗਦੀ ਹੈ। ਫਿਰ ਦੁਨੀਆ ਜਿਹੜੀ ਹੈਗੀ ਤੁਹਾਨੂੰ ਦਬਾਉਂਦੀ ਹੈ, ਇੱਕ ਮਾਂ, ਇੱਕ ਵਾਈਫ ਤੇ ਇੱਕ ਜਿਹੜੀ ਹੈਗੀ ਹੈ ਪ੍ਰੇਮਿਕਾ ਦਾ ਤਕਰਾਰ ਹੁੰਦਾ ਉਹਦੇ ਵਿੱਚ। ਬਹੁਤ ਤਕਰਾਰ ਹੁੰਦਾ, ਬਹੁਤ ਤਕਰਾਰ। ਤੇ ਉਹਦੇ ਵਿੱਚ ਫਿਰ ਸਮਾਜ ਜਿਹੜਾ ਉਹ ਜਿੱਤ ਜਾਂਦਾ ਹੈ। ਬਚਿੰਤ ਕੌਰ ਫਿਰ ਉਸ ਨੂੰ ਹਾਦਸਾ ਮੰਨ ਕੇ ਜਿਹੜੀ ਹੈਗੀ ਆ ਉਹ ਭੁੱਲ ਜਾਂਦੀ ਹੈ। ਸਮਾਜ ਨੇ ਤਾਂ ਜਿੱਤਣੇ ਹੁੰਦੇ। ਇੱਕ ਇਹੋ ਜਿਹੇ ਨਾਇਕ ਦੇ ਸਾਹਮਣੇ ਸਮਾਜ ਹੀ ਜਿੱਤੂਗਾ। ਇੱਕ ਬੰਦਾ ਕਿਵੇਂ ਮੁਕਾਬਲਾ ਕਰ ਸਕਦਾ ਸਮਾਜ ਦਾ? ਦੋਸਤੋ, ਵੇਲਾ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਆ। ਤੁਹਾਡਾ ਇੱਕ ਵਾਰ ਫਿਰ ਸਵਾਗਤ। ਅਸੀਂ ਜੁੜੇ ਹੋਏ ਹਾਂ ਪੱਗ ਡੰਡੀਆਂ ਵਾਲੀ ਬਚਿੰਤ ਕੌਰ ਦੇ ਨਾਲ, ਜਿਨ੍ਹਾਂ ਦੀ ਆਡੀਓ ਵੀਡੀਓ ਬੁੱਕ ਜਿਹੜੀ ਹੈਗੀ ਹੈ ਤੁਸੀਂ ਬਹੁਤ ਸ਼ਿੱਦਤ ਦੇ ਨਾਲ ਮਾਣੀ ਹੈ, ਤੇ ਅੱਜ ਉਹਨਾਂ ਦੇ ਨਾਲ ਕੁਝ ਗੱਲਾਂ ਤੁਹਾਨੂੰ ਰੂਬਰੂ ਕਰਵਾ ਰਹੀ ਹਾਂ, ਗੱਲਾਂ ਬਾਤਾਂ ਨਾਲ ਸਾਂਝੀਆਂ ਕਰ ਰਹੇ ਹਾਂ। ਗੱਪਸ਼ਪ ਵਿਦ ਚਾਹ ਦਾ ਕੱਪ ਵਿਦ ਬਚਿੰਤ ਕੌਰ। ਆਂਟੀ, ਤੁਸੀਂ ਸਟੱਡੀ ਜਿਹੜੀ ਸੀਗੀ ਬਹੁਤ ਦਿੱਕਤਾਂ ਦੇ ਨਾਲ ਕੰਟੀਨਿਊ ਰੱਖੀ ਹੈ ਨਾ? ਐਮਏ ਬੜੀ ਟਰਬਲ ਦੇ ਵਿੱਚ ਕੀਤੀ, ਉਸ ਤੋਂ ਬਾਅਦ ਦੇ ਵਿੱਚ ਫਿਰ ਡ੍ਰੀਮ ਅੱਗੇ ਪੜ੍ਹਨ ਦਾ ਹੋਇਆ, PhD ਵੀ ਤੁਹਾਨੂੰ ਡ੍ਰੌਪ ਕਰਨੀ ਪਈ, ਥੋੜ੍ਹਾ ਦੱਸੋ। 2 ਵਾਰੀ ਮੈਨੂੰ ਡ੍ਰੌਪ ਕਰਨੀ ਪਈ। ਕਾਰਨ ਪਹਿਲੇ ਮੈਂ ਦਿੱਲੀ ਯੂਨੀਵਰਸਿਟੀ ਤੋਂ ਕੀਤੀ ਸੀ 75 'ਚ,
ਤੇ ਮੇਰੀ 2nd ਡਿਵੀਜ਼ਨ ਆਈ ਸੀ ਉਸ 'ਚ। ਫਿਰ ਮੈਂ ਉਹਨੂੰ ਇੰਪਰੂਵ ਕੀਤਾ, ਇੱਕ ਪੇਪਰ ਦੇ ਕੇ ਫਿਰ ਫਸਟ ਆ ਗਈ। ਫਿਰ ਪਰ ਦਿੱਲੀ 'ਚ ਮੈਂ PhD ਦੀ ਮੈਨੂੰ ਇਸ ਦਿੱਕਤ ਆ ਰਹੀ ਸੀ ਕਿ ਮੇਰਾ ਦਫ਼ਤਰ ਮੈਨੂੰ ਅਲਾਉ ਨਹੀਂ ਕਰਦਾ, ਛੁੱਟੀਆਂ ਨਹੀਂ ਦੇ ਰਿਹਾ ਸੀ। ਮੈਂ ਇੱਥੇ ਰਜਿਸਟ੍ਰੇਸ਼ਨ ਨਹੀਂ ਕੀਤੀ। ਫਿਰ ਡਾਕਟਰ ਬੰਜਾਰਾ ਬੇਦੀ ਨੇ ਕਿਹਾ ਕਿ ਮੈਂ ਤੁਹਾਡੀ ਰਜਿਸਟ੍ਰੇਸ਼ਨ ਚੰਡੀਗੜ੍ਹ ਕਰਵਾ ਦੇਣਾ। ਡਾਕਟਰ ਕੋਹਲੀ ਉਹਨਾਂ ਨੇ ਡਾਕਟਰ ਕੋਹਲੀ ਨੂੰ ਕਿਹਾ, ਉਹਨਾਂ ਨੇ ਰਜਿਸਟ੍ਰੇਸ਼ਨ ਕਰਤੀ ਉੱਥੇ ਕਹਾਣੀ 'ਤੇ ਹੀ। ਤੇ ਮੇਰੀ ਸਭ ਕੁਝ ਹੋ ਗਿਆ। ਜਦੋਂ ਮੈਂ ਜੁਆਇਨ ਕਰਨਾ ਸੀ ਨਾ, ਫਿਰ ਉਹਨਾਂ ਨੇ ਕੰਡੀਸ਼ਨ ਲਾਤੀ ਚੰਡੀਗੜ੍ਹ ਵਾਲਿਆਂ ਨੇ ਕਿ ਯੂ ਹੈਵ ਟੂ ਲਿਵ 6 months ਹੇਅਰ ਇਨ ਚੰਡੀਗੜ੍ਹ ਹੋਸਟਲ। ਲੇਕਿਨ ਮੈਂ ਆਪਣਾ ਘਰ ਛੱਡ ਕੇ ਜਾ ਨਹੀਂ ਸਕਦੀ ਸੀ। ਇਹ ਗੱਲ ਮੇਰੇ ਹਸਬੈਂਡ ਨੂੰ ਬਿਲਕੁਲ ਪਸੰਦ ਨਹੀਂ ਸੀ, ਨਾਲੇ ਸਾਰਾ ਘਰ ਡਿਸਟਰਬ ਹੁੰਦਾ ਸੀ ਮੇਰੇ ਜਾਣ ਨਾਲ। ਤੇ ਇੱਕ ਵਾਰੀ ਤਾਂ ਇੱਥੇ ਡ੍ਰੌਪ ਹੋਇਆ। ਫਿਰ ਬਹੁਤ ਦੇਰ ਬਾਅਦ ਐਵੇਂ ਹੀ ਨਾ ਮੈਂ ਆਪਣੇ ਮੇਰੇ ਜੇਠ ਸਾਹਿਬ ਰਹਿੰਦੇ ਸੀ ਇੰਗਲੈਂਡ, ਉਹਨਾਂ ਨਾਲ ਸਲਾਹ ਕੀਤੀ, ਕਰ ਰਹੀ ਸੀ ਮੈਂ ਉਹਨਾਂ ਕਿ ਮੈਂ ਕਿਹਾ ਡ੍ਰੌਪ ਹੋ ਗਿਆ ਮੇਰਾ। ਉਹ ਜਦੋਂ ਮੈਂ ਇੱਥੋਂ ਗਏ ਸੀ ਨਾ ਤਾਂ ਮੈਂ ਬਿਲਕੁਲ ਅਨਪੜ੍ਹ ਸੀ, ਉਹਨਾਂ ਨੂੰ ਨਹੀਂ ਸੀ ਪਤਾ ਮੈਂ MA ਕਰ ਲਈ, BA ਕਰ ਲਈ, ਕਿਤਾਬਾਂ ਲਿਖਦੀਆਂ, ਉਹਨਾਂ ਨੂੰ ਨਹੀਂ ਸੀ ਪਤਾ। ਜਦੋਂ ਪਤਾ ਲੱਗਿਆ ਤਾਂ ਫਿਰ ਉਹ ਬੜੇ ਖੁਸ਼ ਹੋਏ। ਤਾਂ ਉਹਨਾਂ ਨੇ ਉਹ ਵੀ ਚਾਹੁੰਦੇ ਸੀ ਮੇਰੀ ਮਤਲਬ ਅੱਗੇ ਮੈਂ ਪੜ੍ਹਾਂ। ਫਿਰ ਉਹਨਾਂ ਨੇ ਕਿਹਾ ਅੱਛਾ ਤੁਸੀਂ ਇੱਥੇ ਫਾਰਮ ਭਰ ਕੇ ਦੇਖੋ ਲੰਡਨ ਯੂਨੀਵਰਸਿਟੀ, ਮੈਂ ਤੁਹਾਡੀ ਹੈਲਪ ਕਰਾਂਗਾ। ਉੱਥੇ ਮੈਂ ਫਾਰਮ ਭਰੀ, ਉਹਨਾਂ ਨੇ ਮੈਨੂੰ ਯੈਸ ਕਰਤਾ। ਡਾਕਟਰ ਸ਼ਾਨ ਸੀ ਨਾ ਜਿਹੜੇ, ਯਾਦ ਹੈ ਡਾਕਟਰ ਸ਼ਾਨ, ਯੈਸ, ਹਰਨਾਮ ਸਿੰਘ ਸ਼ਾਨ। ਉਸ ਤੋਂ 14 ਸਾਲ ਬਾਅਦ ਮੇਰੀ ਰਜਿਸਟ੍ਰੇਸ਼ਨ ਹੋਈ ਸੀ ਉੱਥੇ। ਉਸ ਪੀਰੀਅਡ 'ਚ ਕੋਈ ਆਪਣਾ ਪੰਜਾਬੀ ਨਹੀਂ ਗਿਆ ਉੱਥੇ। ਡਾਕਟਰ ਸੈਕਲ ਮੇਰੇ ਗਾਈਡ ਨਿਯਤ ਹੋ ਗਏ ਤੇ ਕਾਫੀ ਕੁਝ ਹੋ ਗਿਆ। ਜਦੋਂ ਮੇਰੇ ਬੇਟੇ ਦਾ ਵਿਆਹ ਹੋ ਗਿਆ ਸੀਗਾ, ਉਹਦੇ ਇੱਕ ਬੱਚਾ ਵੀ ਹੋ ਗਿਆ ਸੀ, ਪੋਤੀ ਵੀ ਮੇਰੇ ਹੋ ਗਈ ਸੀ। ਤੇ ਅਚਾਨਕ ਹੀ ਨਾ ਮੇਰੇ ਬੇਟੇ ਦਾ ਨਾ ਵੀਜ਼ਾ ਲੱਗ ਗਿਆ ਅਮਰੀਕਾ ਜਾਣ ਦਾ, ਇੱਕੋ ਦਿਨ ਦੇ ਵਿੱਚ। ਤੇ ਉਹਨੇ ਜਾਣਾ ਸੀਗਾ ਤੇ ਉਦੋਂ ਨੇ ਮੈਂ ਜਾਣਾ ਸੀ ਉੱਥੇ USA। ਘਰ 'ਚ ਬੜਾ ਜਿਹੜਾ ਪਰੇਸ਼ਾਨੀ ਖੜੀ ਹੋ ਗਈ, ਕੰਫਰਟੇਬਲ ਜਿਹਾ ਮਾਹੌਲ ਹੋ ਗਿਆ। ਹਾਂ, ਤੇ ਉਸ ਵੇਲੇ ਫਿਰ ਮੈਨੂੰ ਉਹ ਡ੍ਰੌਪ ਕਰਨਾ ਪਿਆ, ਦੋਨੋਂ ਵਾਰੀ ਮੈਨੂੰ ਡ੍ਰੌਪ ਕਰਨਾ ਪਿਆ। ਮੈਨੂੰ ਬਹੁਤ ਦੁੱਖ ਹੋਇਆ ਸੀ ਇਸ ਗੱਲ ਦਾ। ਪਰ ਇਹ ਚੀਜ਼ ਸਾਡੇ ਜਿਹੜੇ ਦਰਸ਼ਕਾਂ ਦੇ ਲਈ ਇੱਕ ਬਹੁਤ ਵੱਡੀ ਪ੍ਰੇਰਨਾ ਹੈਗੀ ਹੈ ਕਿ ਉਮਰ ਨਹੀਂ ਹੁੰਦੀ ਵੈਸੇ ਸਟੱਡੀ ਦੀ। ਕੋਈ ਬੰਦਾ ਕਿਸੇ ਵੀ ਉਮਰ ਦੇ ਵਿੱਚ ਪੜ੍ਹ ਸਕਦਾ। ਬੱਚੇ ਦੇ ਵਿਆਹ ਹੋਣ ਤੋਂ ਬਾਅਦ, ਬੱਚੇ ਦੇ ਬੱਚੇ ਪੈਦਾ ਹੋਣ ਤੋਂ ਬਾਅਦ ਵਿੱਚ ਵੀ ਤੁਹਾਡੇ ਅੰਦਰ PhD ਕਰਨ ਦੀ ਰੀਝ ਸੀ, ਬਟ ਫਿਰ ਉਹੀ ਤੁਹਾਡੇ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਮੁਕੱਦਰ ਦੇ ਵਿੱਚ ਹੈ ਨਾ ਇੱਕ ਸਟਾਪੇਜ ਜਿਹੜੇ ਸੀਗੇ ਉਹ ਜ਼ਿਆਦਾ ਲਿਖਣੇ ਲੱਗੇ। ਫਿਰ ਮੈਂ ਇਹ ਸੋਚਿਆ ਕਿ PhD ਨਹੀਂ ਹੋਈ ਤਾਂ ਕਿਤਾਬਾਂ ਲਿਖੋ, ਕਿਤਾਬਾਂ ਲਿਖੋ। ਅੱਛਾ, ਹੁਣ ਆਪਾਂ ਕਿਤਾਬਾਂ ਦੀ ਗੱਲ ਕਰੀਏ। ਕਿਤਾਬਾਂ ਤੁਹਾਡੀਆਂ ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਸੱਚੀਆਂ ਘਟਨਾਵਾਂ ਤੇ ਹਨਾ ਬੇਸਡ ਹੈਗੀਆਂ। ਮੇਰੀਆਂ ਟੋਟਲ ਕਿਤਾਬਾਂ ਇਸ ਵੇਲੇ 70 ਹੈਗੀਆਂ, ਜਿਹਦੇ ਵਿੱਚ 9 ਸ਼ਾਰਟ ਸਟੋਰੀ ਦੀਆਂ ਕਿਤਾਬਾਂ ਹੈਗੀਆਂ, 7-8 ਬਾਲ ਸਾਹਿਤ ਦੀਆਂ ਹੈਗੀਆਂ, 2 ਨਾਵਲ ਹੈਗੇ, 4 ਗੀਤਾਂ ਦੀਆਂ ਕਿਤਾਬਾਂ ਹੈਗੀਆਂ, ਤੇ ਇੱਕ ਰੇਖਾ ਚਿੱਤਰ ਦੀ ਕਿਤਾਬ ਹੈ, ਤੇ 4 ਵਾਰਤਕ ਦੀਆਂ ਨੇ, ਜਿਸ ਤਰ੍ਹਾਂ ਕਿ ਇੱਕ ਲਫ਼ਜ਼ ਮੁਹੱਬਤ ਦਾ, 2 ਬੋਲ ਪਿਆਰ ਦੇ, ਅਲੱਗ-ਅਲੱਗ ਲਫ਼ਜ਼ ਮੁਹੱਬਤ। ਹਾਂ, ਬਿਲਕੁਲ ਬਣੀ ਹੋਈ ਹੈ। ਇਸ ਤਰੀਕੇ ਨਾਲ 70 ਬੁੱਕਸ ਮੇਰੀਆਂ ਪਬਲਿਸ਼ ਹੋ ਚੁੱਕੀਆਂ, ਜਿਹੜੀਆਂ ਕਿ ਡਿਫਰੈਂਟ ਵਿਸ਼ਿਆਂ ਨੂੰ ਲੈ ਕੇ ਲਿਖੀਆਂ ਗਈਆਂ ਹੈਗੀਆਂ। ਅੱਛਾ, ਲੇਖਕ ਕਿਉਂ ਲਿਖਦਾ ਹੈ? ਕਿਹੜੀ ਚੀਜ਼ ਹੈ ਜਿਹੜੀ ਉਹਨੂੰ ਲਿਖਣ ਲਈ ਪ੍ਰੇਰਦੀ ਹੈ? ਕਿਹੜੀ ਚੀਜ਼ ਹੈ ਜਿਹੜੀ ਲੇਖਕ ਨੂੰ ਲਿਖਣ ਲਈ? ਮੇਰਾ ਖਿਆਲ ਹੈ ਉਹ ਮਾਨਸਿਕ ਆਪਣੀ ਜਿਹੜੀ ਸਥਿਤੀ ਹੁੰਦੀ ਹੈ ਉਸ ਤੋਂ ਬਰੀ ਹੋਣ ਵਾਸਤੇ ਉਹ ਲਿਖਦਾ ਹੈਗਾ। ਕਥਾਰਸਿਸ ਉਹ ਕਰਦਾ ਉਹਦਾ। ਹਾਂਜੀ, ਕਥਾਰਸਿਸ ਜਿਹੜਾ ਹੈ ਕਿਤੇ ਰਾਈਟਰ ਦਾ ਹੌਲਾ ਹੋਣ ਵਾਸਤੇ ਲਿਖ ਕੇ ਫਿਰ ਉਹ ਬੜਾ ਖੁਸ਼ ਹੁੰਦਾ ਕਿ ਹੁਣ ਮੈਂ ਲਿਖ ਲਿੱਤਾ, ਦਿਮਾਗ ਤੋਂ ਬੋਝ ਉਤਰ ਗਿਆ। ਨਹੀਂ ਤਾਂ ਸਾਰੀ ਰਾਤ ਕੋਈ ਸਬਜੈਕਟ ਮਨ 'ਚ ਆ ਜਾਂਦਾ ਨਾ, ਉਹ ਤੁਹਾਨੂੰ ਸੌਣ ਨਹੀਂ ਦਿੰਦਾ ਹੈਗਾ। ਇਸੇ ਤਰ੍ਹਾਂ ਇੱਕ ਮੇਰੀ ਕਹਾਣੀ ਸੀ ਕਤਲ। ਕੋਲਾਜ ਦੇ ਤਰੀਕ ਬਹੁਤ ਕਹਾਣੀਆਂ ਇਕੱਠੀਆਂ ਵੀ ਆ ਜਾਂਦੀਆਂ ਨੇ। ਫਿਰ ਉਹ ਕਹਿੰਦੀ ਹੈ ਮੈਨੂੰ ਲਿਖ। ਤੇ ਫਿਰ ਮੈਂ ਰਾਤ ਨੂੰ ਬੈਠੀ ਲਿਖਣ ਲੱਗੀ। ਫਿਰ ਮੈਂ ਸਾਡੇ ਕੋਲ ਇੱਕੋ ਹੀ ਕਮਰਾ ਹੁੰਦਾ ਸੀ, ਤੇ ਬੱਤੀ ਜਲਾਈ ਮੈਂ, ਤੇ ਮੇਰੇ ਹਸਬੈਂਡ ਨੇ ਉੱਚੀ ਦੇ ਕੇ ਕਿਹਾ ਵੀ ਹੁਣ ਤੂੰ ਤੇ ਪਾਗਲ ਹੈ, ਮੈਨੂੰ ਤਾਂ ਸੋ ਦਿਆ ਕਰ। ਤੂੰ ਅੱਧੀ ਰਾਤ ਤੱਕ ਜਾਗਦੀ ਰਹੀ। ਚੁੱਪ ਕਰਕੇ ਮੈਂ ਸੋ ਗਈ। ਫਿਰ ਉਹ ਕਹਾਣੀ ਨੇ ਮੈਨੂੰ ਫਿਰ ਸੌਣ ਨਹੀਂ ਦਿੱਤਾ। ਮੈਂ ਫਿਰ ਉੱਠ ਖੜੀ, ਫਿਰ ਮੈਂ ਬੱਤੀ ਜਲਾਈ। ਫਿਰ ਨਾ ਉਹਨਾਂ ਨੇ ਬਹੁਤ ਡਾਂਟਿਆ ਮੈਨੂੰ, ਤਾਂ ਮੈਂ ਜਾ ਕੇ ਨਾ ਬਾਥਰੂਮ 'ਚ ਬੈਠ ਗਈ। ਬਾਥਰੂਮ 'ਚ ਬੈਠ ਕੇ ਫਿਰ ਮੈਂ ਉਹ ਕਹਾਣੀ ਲਿਖੀ। ਅੱਛਾ।
ਬਾਥਰੂਮ 'ਚ ਬੈਠ ਕੇ? ਹਾਂਜੀ, ਕਦੇ ਮੈਂ ਬਾਥਰੂਮ 'ਚ ਲਿਖਦੀ ਸੀ, ਕਈ ਵਾਰ ਛੱਤ ਤੇ ਵੀ ਬੈਠ ਕੇ ਲਿਖਦੀ ਸੀ। ਬਾਥਰੂਮ 'ਚ ਐਂ ਸੀ ਕਿ ਜੇ ਮੇਰਾ ਦਰਵਾਜ਼ਾ ਬਾਹਰ ਕੋਈ ਨੌਕ ਨਹੀਂ ਕਰੂਗਾ, ਚਾਹੇ ਉਹਨੂੰ ਜਾਣਾ ਹੀ ਹੋਵੇ ਕਿਤੇ, ਪਰ ਬਾਥਰੂਮ ਤਾਂ ਵੈਸੇ ਸਾਡੇ ਘਰ ਇੱਕੋ ਹੀ ਸੀਗਾ। ਪਰ ਮੈਂ ਕਈ ਕਹਾਣੀਆਂ ਬਾਥਰੂਮ 'ਚ ਵੀ ਬੈਠੀਆਂ। ਵੈਸੇ ਜ਼ਿਆਦਾ ਮੈਂ ਲਿਟਰੇਚਰ ਜਿਹੜਾ ਇਹਨਾਂ ਲਾਇਬ੍ਰੇਰੀ 'ਚ ਬੈਠ ਕੇ ਲਿਖਿਆ। ਜਿੰਨੀਆਂ ਮੈਂ ਕਹਾਣੀਆਂ ਲਿਖੀਆਂ ਸਭ ਨਾ ਜੀਵਨ 'ਚੋਂ ਲਈਆਂ, ਮੈਂ ਦੇਖੀਆਂ ਪਾਲੀਆਂ। ਉਹ ਪਾਤਰ ਮੇਰੇ ਦੇਖੇ ਪਾਲੇ ਮੇਰੇ ਆਲੇ ਦੁਆਲੇ ਫਿਰਦੇ ਰਹੇ ਨੇ, ਉਹਨਾਂ ਦੀਆਂ ਕਹਾਣੀਆਂ ਨੇ। ਪਹਿਲਾਂ ਮੈਂ ਆਪ ਉਹਨਾਂ 'ਚ ਇੱਕ ਪਾਤਰ ਹੁੰਦੀ ਸੀ। ਹੁਣ ਉਹ ਜਿਹੜਾ ਲੇਖਕ ਹੈ ਉਹ ਸਾਰੀ ਘਟਨਾ ਨੂੰ ਦੇਖਦਾ, ਸਿਰਫ ਪਾਤਰ ਉਹ ਇੱਧਰ ਉੱਧਰ ਆਲੇ ਦੁਆਲੇ ਉਹਦੇ ਫਿਰਦੇ ਨੇ, ਘਟਨਾਵਾਂ ਵੀ ਆਲੇ ਦੁਆਲੇ ਫਿਰਦੀਆਂ, ਉਹ ਲੈ ਲੈਣੀਆਂ। ਅੱਛਾ, ਬੰਜਾਰਾ ਬੇਦੀ ਉਹਨਾਂ ਦਾ ਜ਼ਿਕਰ ਵੀ ਤੁਸੀਂ ਕੀਤਾ। ਬੰਜਾਰਾ ਬੇਦੀ ਦੇ ਤੁਸੀਂ ਸਟੂਡੈਂਟ ਰਹੇ ਹੋ ਤੇ ਉਹ ਥੰਮ ਨੇ, ਪੰਜਾਬੀ ਫੋਕਲੋਰ ਦਾ ਇੱਕ ਥੰਮ ਨੇ ਉਹ। ਉਹਨਾਂ ਦੇ ਬਾਰੇ ਵਿੱਚ ਸਾਨੂੰ ਜਾਣਕਾਰੀ ਜ਼ਰੂਰ ਦਿਓ। ਡਾਕਟਰ ਬੰਜਾਰਾ ਬੇਦੀ ਬਹੁਤ ਨਿਮਰਤਾ ਵਾਲੇ ਸੀਗੇ। ਓਕੇ। ਤੇ ਬਹੁਤ ਉਹਨਾਂ ਦੀ ਵਾਸਟ ਨੌਲੇਜ ਸੀ, ਖਾਸ ਕਰਕੇ ਫੋਕਲੋਰ 'ਚ, ਕਹਾਵਤਾਂ 'ਚ। ਤੇ ਉਹ ਮੇਰਾ ਖਿਆਲ ਬੋਰਨ ਤਾਂ ਸ਼ਾਇਦ ਇੱਧਰ ਦੇ ਸੀ, ਪਰ ਜਦੋਂ ਆਏ ਸੀ ਤਾਂ ਪਾਕਿਸਤਾਨ ਤੋਂ ਆਏ ਸੀਗੇ। ਤੇ ਮੇਰੇ ਨਾਲ ਉਹਨਾਂ ਦੀ ਕਿਵੇਂ ਐਸੋਸੀਏਸ਼ਨ ਹੋਈ, ਮੈਂ ਜਦੋਂ ਕਾਲਜ 'ਚ ਪੜ੍ਹਦੀ ਸੀ, ਉਹਨਾਂ ਦੀ ਸਟੂਡੈਂਟ ਸੀ, ਤਾਂ ਉਹਨਾਂ ਨੂੰ ਤਾਂ ਮੇਰੀਆਂ 2 ਕਿਤਾਬਾਂ ਪਹਿਲਾਂ ਹੀ ਛਪ ਚੁੱਕੀਆਂ ਸੀ, ਜਾਂ ਮੈਂ ਕਰ ਰਹੀ ਸੀ। ਉਹਨਾਂ ਨੇ ਉਹ ਪੜ੍ਹੀਆਂ, ਉਹਦੇ ਉੱਤੇ ਇੱਕ ਰਿਵਿਊ ਕੀਤਾ। ਫਿਰ ਉਹਨਾਂ ਦੀ ਮੇਰੇ ਨਾਲ ਸਾਡੀ ਅੱਛੀ ਦੋਸਤੀ ਹੋ ਗਈ। ਫਿਰ ਉਹਨਾਂ ਦੇ ਘਰ ਅਸੀਂ ਘਰ ਵੀ ਆਉਂਦੇ ਜਾਂਦੇ ਸੀ, ਮੇਰੇ ਘਰ ਵੀ ਉਹ ਆਉਂਦੇ ਸੀ। ਸਾਡੇ ਘਰ ਕਦੇ ਉਹ ਖਾਣਾ ਖਾਂਦੇ ਸੀ। ਇੱਕ ਦਿਨ ਜਸਵੰਤ ਸਿੰਘ ਕਮਲ ਆਏ, ਪਹਿਲਾਂ ਉਹ ਤੇ ਬੰਜਾਰਾ ਬੇਦੀ ਮੇਰੇ ਘਰ ਆਏ, ਫਿਰ ਚਾਹ ਪਾਣੀ ਪੀ ਕੇ ਫਿਰ ਉਹਨਾਂ ਦੇ ਘਰ ਖਾਣਾ ਖੁਣਾਉਣ ਖਾਧਾ। ਇਸ ਤਰੀਕੇ ਨਾਲ ਉਹ ਬੰਜਾਰਾ ਬੇਦੀ। ਫਿਰ ਅੰਮ੍ਰਿਤਾ ਜੀ ਦੇ ਕੋਲ ਅਸੀਂ ਹਮੇਸ਼ਾ ਇਕੱਠੇ ਹੀ ਜਾਂਦੇ ਸੀ, ਇਕੱਲੀ ਨਹੀਂ ਮੈਂ ਗਈ ਕਦੇ ਅੰਮ੍ਰਿਤਾ ਜੀ ਕੋਲ। ਅੱਛਾ, ਇੱਕ ਰਾਈਟਰ ਹੋਰ ਹੈ ਜਿਹੜੇ ਨੇਗੇ ਪੰਜਾਬੀ ਦੇ ਵਿੱਚ, ਕਵੀ ਨੇਗੇ ਬਾਬਾ ਬਲਵੰਤ। ਹਾਂਜੀ, ਉਹਨਾਂ ਦੇ, ਕਿਉਂਕਿ ਤੁਸੀਂ ਦਿੱਲੀ ਰਹੇ ਹੋ ਜ਼ਿਆਦਾ ਦੇਰ, ਬਾਬਾ ਬਲਵੰਤ ਨੂੰ ਮੈਂ ਮਿਲੀ ਹਾਂ। ਉਸ ਜਗ੍ਹਾ 'ਤੇ ਵੀ ਗਈ ਜਿੱਥੇ ਉਹ ਰਹਿੰਦਾ ਸੀ। ਉਹਦਾ ਇੱਕ ਕ੍ਰਿਸ਼ਨਾ ਕੁੜੀ ਦੇ ਨਾਲ ਅਫੈਕਸ਼ਨ ਸੀਗਾ। ਪਹਿਲਾਂ ਉਹ ਪੰਜਾਬ 'ਚ ਰਹਿੰਦੀ ਸੀ ਕ੍ਰਿਸ਼ਨਾ, ਲੇਕਿਨ ਉਹ ਮਿਲ ਨਹੀਂ ਸਕੀ ਉਹਨੂੰ। ਫਿਰ ਉਹਨੂੰ ਕ੍ਰਿਸ਼ਨਾ ਦੇ ਨਾਂ ਨਾਲ ਹੀ ਪਿਆਰ ਸੀਗਾ। ਫਿਰ ਉੱਥੇ ਕ੍ਰਿਸ਼ਨਾ ਨਗਰ ਹੈ ਦਿੱਲੀ ਦੇ ਵਿੱਚ, ਦਿੱਲੀ ਪਾਰ, ਉਸ ਨਗਰ 'ਚ ਰਹਿਣ ਲੱਗ ਗਏ। ਮਤਲਬ ਉਹ ਕ੍ਰਿਸ਼ਨਾ ਨੂੰ ਇੰਨਾ ਪਿਆਰ ਕਰਦੇ ਸੀ। ਤੇ ਫਿਰ ਉਹ ਵੈਸੇ ਉਹਨਾਂ ਦੀ ਕੋਈ ਆਮਦਨੀ ਨਹੀਂ ਸੀ, ਜੋ ਕਵਿਤਾ ਵਗੈਰਾ ਰੇਡੀਓ 'ਤੇ ਪੜ੍ਹ ਕੇ ਆਉਂਦੇ ਸੀ ਜਾਂ ਪਬਲਿਸ਼ ਹੁੰਦੀ ਸੀ, ਉਹਨਾਂ ਦੇ ਥੋੜ੍ਹੇ ਬਹੁਤ ਜਿੰਨੀ ਰੈਲਿਟੀ ਮਿਲਦੀ ਉਸੇ 'ਤੇ ਉਹ ਗੁਜ਼ਾਰਾ ਕਰਦੇ ਸੀਗੇ। ਤੇ ਇੱਕ ਪਰਛੱਤੀ 'ਚ ਰਹਿੰਦੇ ਸੀ ਉਹ, ਦਰਵੇਸ਼ 'ਚ, ਮਤਲਬ ਉਹਨਾਂ ਦੀ ਪਰਛੱਤੀ 'ਚ ਤੁਸੀਂ ਬੰਦਾ ਖੜਾ ਨਹੀਂ ਹੋ ਸਕਦਾ, ਕੋਡੇ ਹੋ ਕੇ ਸੌਗੇ ਤੁਸੀਂ, ਮੰਜੇ 'ਤੇ ਪਾਓਗੇ। ਉੱਥੇ ਮੈਂ ਗਈ ਸੀ ਕ੍ਰਿਸ਼ਨ ਨਗਰ 'ਚ ਜਿਹੜੇ ਰਹਿੰਦੇ ਸੀ। ਅੱਛਾ, ਉਹਨਾਂ ਦਾ ਲਿਬਾਸ ਵੀ ਮੇਰੇ ਸਾਹਮਣੇ ਨਾਲ ਇੱਕ ਵਾਰ ਤਾਂ ਮੈਨੂੰ ਉਹਨਾਂ ਨੂੰ ਧੋਤੀ ਚਿੱਟੀ 'ਚ ਦੇਖਿਆ ਹੈਗਾ। ਤੇ ਅਦਰਵਾਈਜ਼ ਉਹਨਾਂ ਨੇ ਚਿੱਟਾ ਪਜਾਮਾ ਪਾਇਆ ਹੁੰਦਾ ਸੀ, ਲੰਬਾ ਜਿਹਾ ਕੁੜਤਾ ਪਾਇਆ ਸੀ, ਬਾਲ ਪਿੱਛੇ ਨੂੰ ਚਿੱਟੇ ਹੁੰਦੇ ਸੀਗੇ। ਮਤਲਬ ਸਾਧਨਾ ਸੰਤਾਂ ਵਰਗਾ ਉਹਨਾਂ ਦਾ ਪੇਖ ਸੀਗਾ। ਅੱਛਾ, ਤੁਸੀਂ ਬੰਜਾਰਾ ਬੇਦੀ ਹੋਣਾ ਦੇ ਸਟੂਡੈਂਟ ਹੋ, ਤੁਹਾਨੂੰ ਫੋਕਲੋਰ ਦੇ ਨਾਲ ਪਿਆਰ ਹੈ, ਬਹੁਤ ਸਾਰੇ ਗੀਤ ਤੁਸੀਂ ਇਕੱਠੇ ਕੀਤੇ ਨੇ। ਆਪਾਂ ਮਾਹੌਲ ਨੂੰ ਥੋੜ੍ਹਾ ਜਿਹਾ ਚੇਂਜ ਕਰਦੇ ਹਾਂ। ਮੈਨੂੰ ਪਤਾ ਤੁਹਾਨੂੰ ਗਾਉਣ ਦਾ ਬਹੁਤ ਤੁਸੀਂ ਸ਼ੌਕੀਨ ਹੋ। ਮੇਰੇ ਘਰ ਆ ਕੇ ਅਕਸਰ ਜਿਹੜੇ ਹੈਗੇ ਗੁਣਗੁਣਾਉਂਦੇ ਰਹਿੰਦੇ ਆ, ਗੀਤ ਗਾਉਂਦੇ ਰਹਿੰਦੇ ਆ। ਤਾਂ ਆਪਾਂ ਥੋੜ੍ਹਾ ਰੰਗ ਚੇਂਜ ਕਰਦੇ ਹਾਂ, ਕੁਝ ਸੁਣਾਓ ਸਾਡੇ ਦਰਸ਼ਕਾਂ ਨੂੰ। ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਇਆ, ਆਵੋ ਸਾਹਮਣੇ ਭਾਵੇਂ ਦੇਵੋ ਕੰਡ ਮਾਇਆ, ਬੇਤ ਕੰਧਾਂ ਉੱਤੋਂ ਮਾਰੀਏ ਅੱਖ ਵੇ, ਬੇਤ ਕੰਧਾਂ ਉੱਤੋਂ ਮਾਰੀਏ ਅੱਖ ਵੇ, ਸਾਡਾ ਆਟੇ ਦੇ ਵਿੱਚ ਹੱਥ ਵੇ, ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਇਆ, ਆਵੋ ਸਾਹਮਣੇ ਕੋਲੋਂ ਦੀ ਰੁੱਸ ਕੇ ਨਾ ਲੰਘ ਮਾਇਆ। ਦੈਟਸ ਆਲ। ਉਹ ਕਿਹੜੀ ਚੀਜ਼ ਹੈ ਜਿਹੜੀ ਆਪਣੇ ਆਪ 'ਚ ਬਹੁਤ ਵਧੀਆ ਲੱਗਦੀ ਹੈ ਆਪਣੀ ਪਰਸਨੈਲਿਟੀ ਦੇ ਵਿੱਚ, ਜਿਹਨੂੰ ਐਪਰੀਸ਼ੀਏਟ ਕਰਦੇ ਹੋ ਤੁਸੀਂ? ਮੈਨੂੰ ਪਤਾ ਨਹੀਂ ਹੈਗਾ, ਵੈਸੇ ਮੈਂ ਸਾਰਿਆਂ ਨੂੰ ਹੱਸ ਕੇ ਬੁਲਾਉਂਦੀ ਹਾਂ। ਮੈਨੂੰ ਕੋਈ ਮੇਰਾ ਬੇਟਾ ਲੱਗਦਾ, ਕੋਈ ਮੇਰਾ ਭਰਾ ਲੱਗਦਾ। ਅੱਜ ਕੱਲ੍ਹ ਭਰਾ ਤਾਂ ਨਹੀਂ ਲੱਗਦਾ, ਸਾਰੇ ਬੇਟੇ ਹੀ ਲੱਗਦੇ ਵੈਸੇ। ਬਸ ਅੱਜ ਕੱਲ੍ਹ ਤਾਂ ਬੇਟੇ ਹੀ ਰਹਿ ਗਏ, ਬੇਟੇ ਤੇ ਬੇਟੀਆਂ। ਕਿ ਮੇਰੇ ਇਹ ਜਿਹੜਾ ਖੁਸ਼ ਮਿਜ਼ਾਜ ਜਿਹੜਾ
ਤਬੀਅਤ ਹੈ ਉਹ ਇਹਨਾਂ ਦੀ ਖਾਸੀਅਤ ਹੈ। ਬਹੁਤ ਅੱਛਾ, ਵਧੀਆ ਉੱਥੋਂ ਵੀ ਲੱਗਦਾ ਜਿੱਥੇ ਵੀ ਮੈਂ ਬੈਠਾ ਨਾ, ਮੈਂ ਚਾਹੁੰਦੀ ਹੁੰਦੀ ਹਾਂ ਗੀਤ ਗਾਈਏ, ਹੂੰ ਪਰ ਕਈਆਂ ਲੋਕਾਂ ਨੂੰ ਗੀਤ ਪਸੰਦ ਨਹੀਂ ਹੁੰਦੇ। ਹੂੰ ਤੇ ਫਿਰ ਮਤਲਬ ਮੈਂ ਚਾਹੁੰਦੀ ਹੁੰਦੀ ਹਾਂ ਵੀ ਹੈਵ ਟੂ ਲਾਫ। ਹਾਂ ਲਾਫਿੰਗ ਥੈਰੇਪੀ ਜ਼ਰੂਰੀ ਹੈਗੀ ਮੇਰੇ ਹਿਸਾਬ ਨਾਲ। ਬਹੁਤ ਅੱਛੀ ਗੱਲ ਹੈ, ਬਹੁਤ ਅੱਛੀ ਗੱਲ ਹੈ। ਮੈਂ ਐਸੇ ਕਰਕੇ ਨੇ ਜੋ ਮੇਰੇ ਆਲੇ ਦੁਆਲੇ ਬੈਠਦਾ ਉਹਦੇ ਨਾਲ ਅਸੀਂ ਇਹੋ ਜਿਹੀ ਗੱਲ ਕਰੀ ਜੇ ਉਹ ਵੀ ਹੱਸੇ, ਅਸੀਂ ਵੀ ਹੱਸੇ, ਹਾਂ ਚੁਟਕਲੇ ਸੁਣਾਈਏ, ਗੀਤ ਸੁਣਾਈਏ। ਬਾਕੀ ਆ ਕਹਾਣੀਆਂ, ਮੇਰਾ ਇਹ ਦੁਖਦਾ, ਮੇਰਾ ਉਹ ਦੁਖਦਾ, ਮੇਰਾ ਆ ਹੋ ਗਿਆ, ਉਹ ਸਭ ਦੀਆਂ ਕਹਾਣੀਆਂ ਨਾ ਅਸੀਂ ਸੁਣ ਸਕਦੇ ਹਾਂ। ਜਿਹੜੀਆਂ ਸੁਣਦੇ ਆ ਉਹ ਬੋਰ ਕਰਦਾ ਅਗਲਾ। ਅੱਜ ਦੇ ਸਮੇਂ 'ਚ ਜਿਹੜਾ ਹੈਗਾ ਬਹੁਤ ਜ਼ਰੂਰੀ ਹੈ ਹੱਸਣਾ, ਜਿਹੜਾ ਹੱਸਣਾ ਬਹੁਤ ਜ਼ਰੂਰੀ ਹੈ, ਹੱਸਣਾ ਬਹੁਤ ਜ਼ਰੂਰੀ ਹੈ, ਯੋਗਾ ਬਹੁਤ ਜ਼ਰੂਰੀ ਹੈ। ਔਰ ਮੈਨੂੰ ਤਾਂ ਸੰਗੀਤ ਵੀ ਬਹੁਤ ਇੰਪੋਰਟੈਂਸ ਲੱਗਦਾ ਮੇਰੀ ਲਾਈਫ 'ਚ। ਬਿਲਕੁਲ ਬਹੁਤ ਇੰਪੋਰਟੈਂਸ ਹੈ। ਹਾਂਜੀ। ਕਿੱਦਾਂ ਦੇ ਲੋਕਾਂ ਨਾਲ ਮਿਲਣਾ ਵਧੀਆ ਨਹੀਂ ਲੱਗਦਾ? ਕੰਨੀ ਕਤਰਾਉਂਦੇ ਹੋ ਕਿ ਮੈਂ ਇਸ ਤਰ੍ਹਾਂ ਦੇ ਲੋਕ ਮੈਨੂੰ ਵਧੀਆ ਨਹੀਂ ਲੱਗਦੇ? ਮੇਰੇ ਆ ਕੇ ਨਾ ਫਜ਼ੂਲ ਦੀਆਂ ਗੱਲਾਂ ਕਰਨ, ਬਈ ਉਹ ਉੱਥੇ ਆ ਹੋ ਗਿਆ, ਉੱਥੇ ਉਹ ਹੋ ਗਿਆ, ਉੱਥੇ ਉਹ ਸਾਰੇ ਮੇਰੇ ਲਈ ਫਜ਼ੂਲ ਗੱਲਾਂ ਹੁੰਦੀਆਂ। ਇਹਨਾਂ ਗੱਲਾਂ ਦਾ ਮੇਰੇ ਨਾਲ ਕੋਈ ਮਤਲਬ ਨਹੀਂ ਹੁੰਦਾ। ਮੈਨੂੰ ਦੋ ਹੀ ਗੱਲਾਂ ਅੱਛੀਆਂ ਲੱਗਦੀਆਂ, ਜਾਂ ਤਾਂ ਭਜਨ ਬੰਦਗੀ ਦੀ ਗੱਲ ਕਰੋ, ਜਾਂ ਫਿਰ ਤੁਸੀਂ ਐਸੀ ਗੱਲ ਕਰੋ ਜਿਹਦੇ 'ਚ ਤੁਹਾਨੂੰ ਵੀ ਖੁਸ਼ੀ ਮਿਲੇ, ਮੈਨੂੰ ਵੀ ਖੁਸ਼ੀ ਮਿਲੇ। ਬਸ ਇਹੀ ਦੋ ਸਬਜੈਕਟ ਨੇ ਮੇਰੇ ਕੋਲ। ਅੱਜ ਕੱਲ੍ਹ ਕਿੱਥੇ ਰਹਿ ਰਹੇ ਹੋ ਦੱਸ ਦਿਓ ਦਰਸ਼ਕਾਂ ਨੂੰ ਆਪਣਾ। ਵੈਸੇ ਤਾਂ ਮੈਂ ਦੱਸਿਆ ਕਿ ਇਹਨਾਂ ਕੋਲ PR ਹੈਗੀ ਹੈ, ਘੁੰਮਦੇ ਰਹਿੰਦੇ ਨੇ, ਪਰ ਇੱਥੇ ਕਿੱਥੇ ਹੈਗਾ? ਇੱਥੇ ਮੈਂ ਡੇਰੇ 'ਚ ਰਹਿ ਰਹੀ ਹਾਂ, ਬਿਆਸ ਡੇਰੇ 'ਚ। ਪੂਰੀ ਪਿਛਲੇ ਧਿਆਨ ਸਾਧਨਾ ਦੇ ਵਿੱਚ ਆਪਣਾ ਪਿਛਲੇ 18 ਸਾਲਾਂ ਤੋਂ ਮੈਂ ਉਹਨਾਂ ਨਾਲ ਜੁੜੀ ਹੋਈ ਹਾਂ। ਤੁਹਾਡੀ ਜਿਹੜੀ ਮੈਡੀਟੇਸ਼ਨ ਹੈ, ਤੁਹਾਡਾ ਜਿਹੜਾ ਧਿਆਨ ਹੈ, ਉਹ ਰਿਫਲੈਕਸ਼ਨ ਤੁਹਾਡੇ ਚਿਹਰੇ ਤੋਂ ਹੁੰਦੀ ਹੈ। ਹਾਂਜੀ, ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ, ਗਰਲਸ ਨੂੰ, ਸਾਡੀ ਯੂਥ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ? ਯੂਥ ਨੂੰ ਮੈਂ ਸਮਝਦੀ ਹਾਂ, ਅਗਰ ਉਹਨਾਂ ਨੇ ਜ਼ਿੰਦਗੀ 'ਚ ਸਫਲਤਾ ਹਾਸਲ ਕਰਨੀ ਹੈ, ਇੱਕ ਓਨੈਸਟੀ ਵਰਤਨ, ਇੱਕ ਹਾਰਡ ਵਰਕ ਕਰਨ। ਇਹ ਦੋ ਗੱਲਾਂ ਨੇ ਜਿਹੜੀਆਂ ਤੁਹਾਨੂੰ ਅੱਗੇ ਲਿਜਾ ਸਕਦੀਆਂ ਨੇ। ਬਾਕੀ ਹੱਸਣਾ ਖੇਡਣਾ ਵੀ ਬਹੁਤ ਜ਼ਰੂਰੀ ਹੈ। ਤੁਹਾਡੀ ਉਮਰ ਦੇ ਬੱਚਿਆਂ ਨੂੰ ਹੱਸਣਾ ਖੇਡਣਾ ਜਾਂ ਐਕਸਰਸਾਈਜ਼ ਕਰਨਾ ਵੀ ਜ਼ਰੂਰੀ ਹੈ, ਪਰ ਹਾਰਡ ਵਰਕ ਨਾ ਭੁੱਲੋ ਤੇ ਓਨੈਸਟੀ ਨਾ ਭੁੱਲੋ। ਕਿਸੇ ਨਾਲ ਕੋਈ ਛਲ ਬਿਹੇਵ ਨਾ ਕਰੋ, ਇਹ ਮੈਨੂੰ ਨਹੀਂ ਅੱਛਾ ਲੱਗਦਾ ਬਿਲਕੁਲ। ਬਹੁਤ ਬਹੁਤ ਅੱਛਾ ਲੱਗਿਆ ਆਂਟੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ। ਦੋਸਤੋ, ਤੁਹਾਡੇ ਤੇ ਬਚਿੰਤ ਕੌਰ ਹੋਣਾ ਦੇ ਦਰਮਿਆਨ ਇੱਕ ਕੜੀ ਦਾ ਕੰਮ ਕਰਕੇ ਮੈਨੂੰ ਬਹੁਤ ਵਧੀਆ ਲੱਗਿਆ। ਫੇਰ ਮਿਲਣ ਦੇ ਵਾਅਦੇ ਨਾਲ ਰੁਖਸਤ ਹੁੰਦੀ ਹਾਂ। ਸਤਿ ਸ਼੍ਰੀ ਅਕਾਲ।